सिर्फ हंगामा खड़ा करना मेरा मकसद नहीं, सिर्फ हंगामा खड़ा करना मेरा मकसद नहीं, सूरत बदलनी चाहिए। मेरे सीने में ना सही तेरे सीने में ही सही, मेरे सीने में ना सही तेरे सीने में ही सही, हो कहीं भी आग आग जलनी चाहिए। देखो जी, ਅਸੀਂ ਇਹੀ ਗੱਲ ਕਹਿੰਦੇ ਕਿ ਬਾਕੀ ਗੱਲਾਂ ਬਾਅਦ ਵਿੱਚ ਪਹਿਲਾਂ ਸਿਹਤ ਜ਼ਰੂਰੀ ਹੈ। ਜੇ ਚੰਗੀ ਸਿਹਤ ਹੋਏਗੀ ਤਾਂ ਹੀ ਅਸੀਂ ਚੰਗਾ ਸਮਾਜ ਸਿਰ ਸਕਦੇ ਹਾਂ, ਨਰਵਾ ਸਮਾਜ ਉਦੋਂ ਹੀ ਬਣ ਸਕਦਾ ਹੈ। ਇੱਥੇ ਕੀ ਹੁੰਦਾ, ਇੱਥੇ ਲਿਖਿਆ ਹੋਇਆ ਜੀ 24 ਆਵਰਸ ਐਮਰਜੈਂਸੀ 24 ਆਵਰਸ ਲਿਖਿਆ ਹੋਇਆ, ਤੁਸੀਂ ਦੇਖ ਸਕਦੇ ਹੋ ਉੱਧਰ। ਪਰ ਹੁੰਦਾ ਕੀ ਹੈ, ਇੱਥੇ 24 ਆਵਰਸ ਰੈਫਰਲ ਹੁੰਦਾ ਹੈ, ਉਹ ਰੈਫਰਲ ਵੀ ਕਈ ਵਾਰ ਡਿਲੇ ਹੋ ਜਾਂਦਾ। ਜੇ 24 ਆਵਰ ਰੈਫਰਲ ਟੂ ਪੀਜੀਆਈ ਕਰਨਾ ਤਾਂ ਫਿਰ ਇਹਦੀ ਲੋੜ ਕੀ ਹੈ ਉਰੇ। ਸਰ ਇੱਥੇ ਤਾਂ ਦੇਖੋ 2 ਆਊਟੀ ਹੈਗੀਆਂ, ਆਪਰੇਸ਼ਨ ਥੀਏਟਰ 2 ਹੈ, ਇੱਥੇ ਸਰਜਨ ਨਹੀਂ ਹੈਗਾ। ਟਰੋਮਾ ਸੈਂਟਰ ਦਾ ਤੁਸੀਂ ਕੀ ਕਹੋਗੇ? ਅਸੀਂ ਚਾਹੁੰਦੇ ਵੀ ਜਿਹੜੀਆਂ ਸਾਰੀਆਂ ਸਹੂਲਤਾਂ ਹੈਗੀਆਂ ਅਲਟਰਾਸਾਊਂਡ ਵਾਸਤੇ, ਜੇ ਗਰੀਬ ਬੰਦਾ ਉਰੇ ਅਲਟਰਾਸਾਊਂਡ ਨੂੰ ਆਉਂਦਾ ਅਲਟਰਾਸਾਊਂਡ ਲਿਖ ਦਿੰਦੇ, ਅਲਟਰਾਸਾਊਂਡ ਬਾਹਰ ਹੁੰਦਾ ਹੈ ਜੀ, ਠੀਕ ਹੈ ਜੀ, ਜਦ ਕਿ ਮਸ਼ੀਨ ਅੰਦਰ ਪਈ ਹੈ। ਸਰਕਾਰ ਦੇ ਜਿਹੜੇ ਹੈਗੇ ਆ ਮੰਤਰੀ ਆ ਜਾਂ ਕਾਂਗਰਸੀ ਆ, ਉਹ ਤਾਂ ਆਪਣੀਆਂ 4 ਸਾਲ ਦੀਆਂ ਉਪਲਬਧੀਆਂ ਗਿਣਾਉਂਦੇ ਥੱਕਦੇ ਨਹੀਂ ਆ। ਸਿਹਤ ਸਹੂਲਤਾਂ ਕਹਿੰਦੇ ਬਹੁਤ ਕਰਤੀਆਂ, ਕਰੋੜਾਂ ਰੁਪਏ ਖਰਚ ਦਿੱਤੇ ਆ, ਤੁਸੀਂ ਜਿਹੜੀਆਂ ਹੈਗੀਆਂ ਕਮੀਆਂ ਗਿਣਾਈ ਜਾਂਦੇ। ਕੱਲ੍ਹ ਨੂੰ ਕਾਂਗਰਸੀਆਂ ਦਾ ਜਾਂ ਮੰਤਰੀਆਂ ਦਾ ਬਿਆਨ ਨਾ ਆ ਜਾਵੇ ਵੀ ਇਹ ਬੰਦੇ ਤਾਂ ਆਮ ਆਦਮੀ ਪਾਰਟੀ ਆ, ਅਕਾਲੀਆਂ ਨੇ ਬਿਠਾਏ ਹੋਇਆ, ਜਾਣ ਕੇ ਬਦਨਾਮੀ ਕਰਦੇ। ਭਾਜੀ ਬਹੁਤ ਕੁਝ ਕਹੋਗੇ, ਸਾਰਾ ਗੁਲਦਸਤਾ ਸਾਡੇ ਕੋਲ। ਕੱਲ ਅਕਾਲੀ ਦਲ ਵਾਲੇ ਵੀ ਆ ਕੇ ਬੈਠੇ ਸੀਗੇ, ਆਮ ਆਦਮੀ ਪਾਰਟੀ ਵਾਲੇ ਵੀ ਆ ਕੇ ਬੈਠੇ ਸੀਗੇ। ਮੇਰਾ ਇਹ ਦਿਖਾ ਦੇਣ ਵੀ ਮੈਂ ਕਿਸੇ ਪਾਰਟੀ ਦਾ ਮਤਲਬ ਮੁੱਢਲਾ ਮੈਂਬਰ ਵੀ ਹੈਗਾ ਜੀ। ਲੋਕਾਂ ਨੇ ਤਿਆਰੀਆਂ ਕਰ ਲਈਆਂ, ਸਿਲੰਡਰ ਚੀਰ ਕੇ ਚੁੱਲ੍ਹੇ ਬਣਾ ਰਹੇ ਜੀ, ਮਤਲਬ ਇੰਨੀ ਹੁਣ ਭੁੱਖਮਰੀ ਬਣ ਗਈ। ਸਮਝੇ? ਸਰਕਾਰ ਕਹਿੰਦੀ ਵੀ ਕਲਚਰ ਭੁੱਲ ਗਏ, ਪੰਜਾਬੀ ਨੂੰ ਕਲਚਰ ਪੁਰਾਣਾ ਯਾਦ ਕਰਾ ਦਈਏ। ਕਲਚਰ ਤਾਂ ਦਿੱਲੀ 'ਚ ਬੈਠ ਕੇ ਯਾਦ ਕਰਾ ਰਹੇ, ਇਹਨਾਂ ਨੂੰ ਹੋਰ ਕਿਸ ਤਰ੍ਹਾਂ ਯਾਦ ਕਰਾ ਦੂੰਗੇ। ਪੰਜਾਬ ਵਿੱਚ ਸੱਤਾ 'ਤੇ ਕਾਬਜ਼ ਹੋਏ ਕਾਂਗਰਸ ਪਾਰਟੀ ਨੂੰ 4 ਸਾਲ ਦਾ ਸਮਾਂ ਹੋ ਚੁੱਕਾ ਹੈ ਤੇ 5 ਮਾਰਚ ਨੂੰ ਕਾਂਗਰਸ ਸਰਕਾਰ ਦਾ ਆਖਰੀ ਬਜਟ ਜਿਹੜਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਇਸ ਕਾਰਜਕਾਲ ਦਾ, ਤੇ ਸਰਕਾਰ ਵੱਲੋਂ ਬੜੇ ਦਾਅਵੇ ਕੀਤੇ ਜਾ ਰਹੇ ਨੇ ਕਿ ਵੱਡੇ ਵਿਕਾਸ ਕਰਵਾਇਆ ਗਿਆ, ਨੌਕਰੀਆਂ ਦਿੱਤੀਆਂ ਗਈਆਂ, ਕਰਜ਼ੇ ਮਾਫ ਕੀਤੇ ਗਏ ਨੇ। ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਨੌਜਵਾਨਾਂ ਨੂੰ ਪੁੱਛਦੇ ਆ ਤੇ ਕਹਿੰਦੇ ਨੌਕਰੀਆਂ ਨਹੀਂ ਮਿਲੀਆਂ, ਕਿਸਾਨਾਂ ਨੂੰ ਪੁੱਛਦੇ ਆ ਤਾਂ ਉਹ ਕਹਿ ਰਹੇ ਆ ਕਰਜ਼ਾ ਮਾਫ ਨਹੀਂ ਹੋਇਆ। ਤੇ ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਦੇ ਖਿਲਾਫ ਧਰਨੇ ਵੀ ਲੱਗ ਰਹੇ ਨੇ ਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਕੁਰਾਲੀ ਦੀਆਂ, ਜਿੱਥੇ ਹਸਪਤਾਲ ਦੇ ਬਾਹਰ ਧਰਨਾ ਲਗਾ ਕੇ ਬੈਠੇ ਨੇ ਨੌਜਵਾਨ ਸਮੂਹ। ਕੁਰਾਲੀ ਨਿਵਾਸੀ ਅਤੇ ਮਾਰਸ਼ਲ ਗਰੁੱਪ ਵੱਲੋਂ ਇਹ ਧਰਨਾ ਲਗਾਇਆ ਗਿਆ। ਗੱਲ ਵੀ ਕਰਾਂਗੇ ਕੀ ਮੰਗਾਂ ਇਹਨਾਂ ਦੀਆਂ, ਕਿਉਂ ਜਿਹੜਾ ਹੈਗਾ ਧਰਨਾ ਲਗਾਇਆ ਗਿਆ। ਇੱਥੇ ਗੱਲ ਕਰਦੇ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਜੀ? ਸਤਿ ਸ਼੍ਰੀ ਅਕਾਲ ਜੀ, ਰਣਜੀਤ ਸਿੰਘ ਕਾਕਾ ਮਾਰਸ਼ਲ। ਧਰਨਾ ਲਗਾਇਆ ਗਿਆ, ਕੀ ਮਕਸਦ ਕੀ ਹੈ, ਕਿਉਂ ਲਗਾਇਆ ਗਿਆ ਜੀ? ਮਕਸਦ ਤਾਂ ਮੈਂ ਇੱਕ ਸ਼ੇਰ ਰਾਹੀਂ ਪਹਿਲਾਂ ਸਮਝਾ ਦੇਵਾਂ ਕਿ ਸਿਰਫ ਹੰਗਾਮਾ ਖੜਾ ਕਰਨਾ ਮੇਰਾ ਮਕਸਦ नहीं, सिर्फ हंगामा खड़ा करना मेरा मकसद नहीं, सूरत बदलनी चाहिए। मेरे सीने में ना सही तेरे सीने में ही सही, मेरे सीने में ना सही तेरे सीने में ही सही, हो कहीं भी आग आग जलनी चाहिए। तो गल ये है जी, असी सूरत बदलने का तहिया किया हैगा एक, क्योंकि साढ़े इत्थे जो कुराली दे विच जिसनूं हस्पताल कहा जाता है, असल च यह CHC है, कम्यूनिटी हैल्थ सेंटर है, जो कि साढ़े शहर की 6-7 एकड़ ਜ਼ਮੀਨ ਦੇ ਉੱਪਰ ਉਸਰਿਆ ਹੋਇਆ। ਪਹਿਲਾਂ ਇੱਥੇ ਟੋਬਾ ਹੁੰਦਾ ਸੀਗਾ, ਟੋਬੇ ਤੋਂ ਬਾਅਦ ਇਹ ਜਦੋਂ ਸ਼ਹਿਰ ਵਾਸੀਆਂ ਨੇ ਸਤਿਗੁਰੂ ਸਵਾਮੀ ਨਦੀ ਪਾਰ ਵਾਲੇ ਅਤੇ ਹੰਸਾਲੀ ਵਾਲੇ ਸੰਤਾਂ ਦੀ ਪ੍ਰੇਰਨਾ ਸਦਕਾ ਸਾਂਝੀ ਜ਼ਮੀਨ ਨੂੰ ਸਾਂਝੇ ਕਾਰਜ ਵਾਸਤੇ ਛੱਡਿਆ ਸੀਗਾ ਤੇ ਇਹ ਸਿਵਲ ਹਸਪਤਾਲ ਵਾਸਤੇ ਛੱਡਿਆ ਸੀਗਾ, ਤੇ ਪਰ ਇਹ CHC ਹੋ ਕੇ ਰਹਿ ਗਿਆ ਹੈਗਾ। ਤੇ ਹੁਣ ਇੱਥੇ ਮਹਿੰਗੇ ਭਾਅ ਜਿੱਥੇ ਟੈਸਟ ਹੋ ਰਹੇ ਆ ਬਾਹਰ ਲੋਕਾਂ ਦੇ, ਕਿਉਂਕਿ ਅੰਦਰ ਕੋਈ ਮਸ਼ੀਨ ਨਹੀਂ ਹੈਗੀ ਨਾ। ਜੇ ਅਲਟਰਾਸਾਊਂਡ ਦੀ ਗੱਲ ਕਰ ਲਈਏ ਤਾਂ ਸਭ ਤੋਂ ਛੋਟੀ ਗੱਲ ਅਲਟਰਾਸਾਊਂਡ ਹੈ। ਜੇਕਰ ਅਸੀਂ ਇਸ ਹਸਪਤਾਲ ਦੇ ਵਿੱਚ ਚਾਹੁੰਦੇ ਹਾਂ ਕਿ ਵੀ ਇੱਥੇ ਸਰਜਨ ਵੀ ਹੋਵੇ, ਠੀਕ ਹੈ ਜੀ, ਬੱਚਿਆਂ ਦਾ ਡਾਕਟਰ ਵੀ ਹੋਵੇ, ਮੈਡੀਸਨ ਦਾ ਡਾਕਟਰ ਵੀ ਹੋਵੇ, ਇਹ ਸਾਰੇ ਡਾਕਟਰ ਹੈ ਜੋ ਇੱਥੇ ਇੱਕ ਟੀਮ ਹੋਣੀ ਚਾਹੀਦੀ ਹੈ ਜੋ ਸਿਵਲ ਹਸਪੀਟਲ ਦੇ ਵਿੱਚ ਹੁੰਦੀ ਹੈ। ਕਿਉਂਕਿ ਇਹ ਜੋ ਹਸਪੀਟਲ ਹੈ ਇਹ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਚੰਡੀਗੜ੍ਹ ਤੱਕ ਪਹਿਲਾ ਹਸਪੀਟਲ ਹੈ ਜੋ ਬਹੁਤ ਵੱਡੀ ਬਿਲਡਿੰਗ ਦੇ ਨਾਲ ਔਨ ਰੋਡ ਦੇ ਉੱਪਰ ਹੈਗਾ। ਤੇ ਇੱਥੇ ਸਹੂਲਤਾਂ ਨਾ ਮਾਤਰ ਹੋਣ ਕਾਰਨ ਸਾਨੂੰ ਇਹ ਧਰਨਾ ਇੱਥੇ ਲਾਉਣਾ ਪੈ ਗਿਆ। ਤੇ ਅਸੀਂ ਆਪ ਜੀ ਨੂੰ ਦੱਸ ਦਈਏ ਕਿ ਵੀ ਧਰਨਾ ਲਾਉਣ ਦਾ ਜਿਹੜਾ ਸਾਡਾ ਮੰਤਵ ਹੈ ਉਹ ਇਹ ਹੈਗਾ, ਕਿਉਂਕਿ ਸਾਡੇ ਬਲਵੀਰ ਸਿੰਘ ਸਿੱਧੂ ਜੀ ਜੋ ਕਿ ਕੈਬਨਿਟ ਮੰਤਰੀ, ਸਵਾਸਥ ਮੰਤਰੀ ਪੰਜਾਬ ਹੈ, ਸਿਹਤ ਮੰਤਰੀ ਪੰਜਾਬ ਨੇ, ਉਹ ਮਸਾਂ ਹੀ ਸਾਨੂੰ ਮੌਕਾ ਮਿਲਿਆ। ਪਿਛਲੇ 4 ਸਾਲ ਤੋਂ ਇੱਥੇ ਕੁਝ ਨਹੀਂ ਹੋਇਆ ਹੈਗਾ, ਉਸ ਕਰਕੇ ਵੀ ਅਸੀਂ ਇਹ ਦਬਾਅ ਬਣਾ ਰਹੇ ਹਾਂ ਵੀ 1 ਸਾਲ ਰਹਿ ਗਿਆ ਹੈਗਾ, ਵੀ ਜੇ ਹੁਣ ਤਾਂ ਕੰਮ ਹੋ ਗਿਆ, ਜੇ ਮੁੜ ਕੇ ਕੰਮ ਨਾ ਹੋਇਆ ਜੀ ਤਾਂ ਅੱਗੇ 6 ਮਹੀਨੇ ਦੀ ਸਰਕਾਰ ਪਰਾਉਣੀ, 8 ਮਹੀਨੇ ਦੀ ਫਿਰ ਚੋਣ ਜਾਬਤਾ ਵੀ ਲੱਗ ਜਾਣਾ, ਜਨਵਰੀ ਫਰਵਰੀ 'ਚ ਇਲੈਕਸ਼ਨ ਹੋ ਗਏ, ਫਿਰ ਸਾਡੇ ਹੱਥ ਕੁਝ ਨਹੀਂ ਆਉਣਾ ਜੀ।
ਇਹ ਕਹਿ ਲਿਆ ਜਾਵੇ ਕਿ ਕੁਰਾਲੀ ਵਾਸੀ ਆ ਮਾਰਸ਼ਲ ਗਰੁੱਪ ਆਖਰੀ ਬਜਟ ਸੈਸ਼ਨ ਦਾ ਲਾਹਾ ਲੈ ਰਹੇ ਨੇ ਕਿ ਸ਼ਾਇਦ ਇਹਦੇ ਵਿੱਚ ਇਹਨਾਂ ਦੀ ਤੁਹਾਡੀ ਗੱਲ ਬਣ ਜਾਵੇ, ਜਿਹੜੀਆਂ ਸਹੂਲਤਾਂ ਮਿਲ ਜਾਵੇ। ਇਹ ਗੱਲ ਮਤਲਬ ਅਚਾਨਕ ਸਾਡੇ ਦਾ ਚੇਤਾ ਵੀ ਨਹੀਂ ਸੀਗਾ ਕਿ ਵੀ ਇਹ ਬਜਟ ਸੈਸ਼ਨ ਚੱਲ ਰਿਹਾ ਹੈਗਾ ਜਾਂ ਹੋਰ ਹੈਗਾ। ਇਹ ਗੱਲ ਇੱਦਾਂ ਆਈ ਹੈ ਜੀ ਕਿ ਇੱਥੇ ਦੋ ਗਰੁੱਪ ਹੈ ਜੀ ਚੱਲ ਰਹੇ, ਇੱਕ ਕੰਗ ਧੜੇ ਦਾ ਗਰੁੱਪ ਹੈਗਾ, ਇੱਕ ਸਿੱਧੂ ਧੜੇ ਦਾ ਗਰੁੱਪ ਹੈਗਾ। ਜਿਹੜੀਆਂ ਨਗਰ ਕੌਂਸਲ ਚੋਣਾਂ ਹੈਗੀਆਂ ਉਹਨਾਂ ਦੇ ਵਿੱਚ ਜੋ ਇਸ ਸਮੇਂ ਕਾਂਗਰਸ ਬਹੁਮਤ ਦੇ ਵਿੱਚ ਆਈ ਹੈ। ਪਿਛਲੇ 10 ਸਾਲਾਂ ਤੋਂ ਕੀ ਹੁੰਦਾ ਆ ਰਿਹਾ ਹੈਗਾ ਵੀ ਕਾਂਗਰਸ ਬਹੁਮਤ 'ਚ ਹੁੰਦੀ ਹੈ, ਪਰ ਆਪਸੀ ਪਾਰਟੀਬਾਜ਼ੀ ਕਰਕੇ ਫੁੱਟਬਾਜ਼ੀ ਕਰਕੇ ਇੱਥੇ ਜੋ ਸਥਾਨਕ ਸਰਕਾਰ ਆ ਉਹ ਅਕਾਲੀਆਂ ਦੀ ਬਣ ਜਾਂਦੀ ਹੈ ਤੇ ਵਿਕਾਸ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਹੈ। ਤੇ ਹੁਣ ਅਸੀਂ ਇਹੀ ਜ਼ੋਰ ਮਾਰ ਰਹੇ ਹਾਂ ਜੋ ਸਿੱਧੂ ਧੜੇ ਦੇ ਹੈਗੇ ਆ MC, ਸਾਡਾ ਇਹ ਦਬਾਓ ਕਿ ਵੀ ਉਹ ਉਹੀ ਕੰਮ ਕਰਾ ਦੇਣ ਇੱਥੇ ਆ ਕੇ। ਜੇਕਰ ਉਹ ਕਹਿੰਦੇ ਵੀ ਸਿੱਧੂ ਸਾਹਿਬ ਨਹੀਂ ਕਰਾਉਂਦੇ ਇਹ ਕੰਮ, ਫਿਰ ਸਾਡੇ ਨਾਲ ਆ ਕੇ ਬੈਠ ਜਾਣ। ਕਿਉਂ ਫਿਰ ਉਹੀ ਰੌਲਾ ਪਾਇਆ ਵੀ ਅਸੀਂ ਸਿੱਧੂ ਸਾਹਿਬ ਦੇ ਬੰਦੇ ਆ, ਉਹੀ ਆਪਣਾ ਸੀਨਾ ਫੈਲਾ ਲੈਂਦੇ ਆ ਜੀ ਵੀ ਅਸੀਂ ਸਿੱਧੂ ਸਾਹਿਬ ਦੇ ਬੰਦੇ ਆ। ਕਿਆ ਫਾਇਦਾ ਉਹਨਾਂ ਚੀਜ਼ਾਂ ਦਾ ਜੀ। ਬਿਲਕੁਲ ਯਕੀਨ ਹੋ ਜੀ। ਪੂਰਾ ਸੁਰਿੰਦਰ ਸਿੰਘ ਹੈ ਜੀ। ਹਾਂ ਜੀ, ਸੁਰਿੰਦਰ ਸਿੰਘ ਹੈ। ਸੁਰਿੰਦਰ ਜੀ, ਕਿੰਨੀ ਕੁ ਆਬਾਦੀ ਹੈਗੀ ਕੁਰਾਲੀ ਦੀ ਤੇ ਇਸ ਹਸਪਤਾਲ ਨੂੰ ਕਿੰਨੇ ਕੁ ਲੋਕ ਜਿਹੜੇ ਹੈਗੇ ਲੱਗਦੇ? ਕੁਰਾਲੀ ਦੀ ਆਬਾਦੀ ਤਕਰੀਬਨ 50,000 ਹੈ ਜੀ, ਬਾਕੀ 60-70 ਪਿੰਡ ਲੱਗਦੇ ਆ ਜੀ। ਤੇ ਜਦੋਂ ਇਹ ਹਸਪਤਾਲ ਬਣਿਆ ਸੀਗਾ CSC ਐਂਟਰ, ਉਦੋਂ ਕਿੰਨੀ ਆਬਾਦੀ ਸੀ? ਉਦੋਂ 25,000 ਸੀਗੀ ਜੀ, ਇਹ 93 'ਚ ਬਣਿਆ ਜੀ। ਜਿੱਦਾਂ ਆਬਾਦੀ 2 ਗੁਣਾ ਵੱਧ ਗਈ ਆ, ਕਿਆ ਜਿਹੜੇ ਹੈਗੇ ਆ ਸਿਹਤ ਸਹੂਲਤਾਂ ਜਾਂ ਜੋ ਸਹੂਲਤਾਂ ਵਧਣੀਆਂ ਚਾਹੀਦੀਆਂ ਵਧੀਆਂ ਤੇ ਸਹੂਲਤਾਂ ਘਟ ਗਈਆਂ ਜੀ, ਵਿੱਚ ਵਧੀਆ ਡਾਕਟਰ ਵੀ ਆਏ ਸੀਗੇ, ਹੁਣ ਕੋਈ ਸਹੂਲਤ ਨਹੀਂ ਹੈ। ਬਿਲਕੁਲ ਜੀ। ਕੀ ਨਾਮ ਹੈ ਜੀ? ਰਾਜਵਿੰਦਰ। ਕੀ ਨਾਮ ਜੀ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਨਦੀਪ ਸਿੰਘ ਆਜ਼ਾਦ ਹੈ। ਕੀ ਕਹਿਣਾ ਚਾਹੁੰਦੇ ਹੋ? ਧਰਨੇ ਤੇ ਬੈਠੇ ਹੋ। ਦੇਖੋ ਜੀ, ਅਸੀਂ ਇਹੀ ਗੱਲ ਕਹਿੰਦੇ ਕਿ ਬਾਕੀ ਗੱਲਾਂ ਬਾਅਦ ਵਿੱਚ, ਪਹਿਲਾਂ ਸਿਹਤ ਜ਼ਰੂਰੀ ਹੈ। ਜੇ ਚੰਗੀ ਸਿਹਤ ਹੋਏਗੀ ਤਾਂ ਹੀ ਅਸੀਂ ਚੰਗਾ ਸਮਾਜ ਸਿਰ ਸਕਦੇ ਹਾਂ, ਨਰਵਾ ਸਮਾਜ ਉਦੋਂ ਹੀ ਬਣ ਸਕਦਾ ਹੈ। ਹੁਣ ਜਦੋਂ ਜਿਵੇਂ ਰਣਜੀਤ ਸਿੰਘ ਕਾਕਾ ਜੀ ਨੇ ਦੱਸਿਆ ਕਿ ਇੱਥੇ ਨਗਰ ਕੌਂਸਲ ਦੀਆਂ ਜੋ ਚੋਣਾਂ ਹੋਈਆਂ ਉਸ ਦੌਰਾਨ 17 ਸੀਟਾਂ ਦੇ ਉੱਤੋਂ 17 ਜਗ੍ਹਾ ਦੇ ਉੱਤੋਂ ਸਾਡੇ ਉਮੀਦਵਾਰ ਖੜ੍ਹੇ ਹੋਏ ਨੇ। ਸਾਰਿਆਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹੀ ਗੱਲਾਂ ਕੀਤੀਆਂ ਕਿ ਇਸ ਨੂੰ ਇੱਕ ਮਾਡਲ ਸ਼ਹਿਰ ਬਣਾਇਆ ਜਾਵੇਗਾ, ਇਸ ਨੂੰ ਵਿਕਾਸ ਦੀ ਉਸ ਉਚਾਈ 'ਤੇ ਲਿਜਾਇਆ ਜਾਏਗਾ ਕਿ ਲੋਕ ਇਹਦੀਆਂ ਮਿਸਾਲਾਂ ਦੇਣਗੇ। ਤੇ ਇਹ ਸੁਣਦੇ ਤਾਂ ਅਸੀਂ ਹਰ ਵਾਰ ਤੋਂ ਆ ਰਹੇ ਹਾਂ, ਅਸੀਂ ਮੰਨ ਵੀ ਲੈਂਦੇ ਹਾਂ, ਭੋਲੇ ਲੋਕ ਹੈ, ਉਹਨਾਂ ਦੀ ਗੱਲਾਂ ਦੇ ਉੱਤੇ ਅਸੀਂ ਭਰੋਸਾ ਕਰਕੇ ਵੋਟ ਵੀ ਪਾ ਦਿੰਦੇ ਹਾਂ। ਪਰ ਮੁੜ ਕੇ ਸਿਆਣਾ ਦੇ ਕਿਹਾ ਸਿਰ ਮੱਥੇ, ਪਤਨਾਲਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਉਹ। ਪਰ ਹੁਣ ਇਹ ਬਾਰ-ਬਾਰ ਨਹੀਂ ਚੱਲਣਾ ਜੀ। ਅਸੀਂ ਚਾਹੁੰਦੇ ਹਾਂ ਕਿ ਜਿਨ੍ਹਾਂ ਨੂੰ ਅਸੀਂ ਚੁਣਿਆ ਰਿਪਰੈਜ਼ੈਂਟੇਟਿਵ ਨੂੰ, ਉਹ ਇਸ ਚੀਜ਼ ਨੂੰ ਪਹਿਲ ਦੇ ਆਧਾਰ ਦੇ ਉੱਤੇ ਲੈਣ, ਸਿਹਤ ਨੂੰ ਪਹਿਲ ਦੇ ਆਧਾਰ ਦੇ ਉੱਤੇ ਲੈਣ। ਇਹ ਜੋ ਕਿ ਪਾਸ ਹੋਇਆ ਸੀ ਕਿ ਸਿਵਲ ਹਸਪਤਾਲ ਦੇ ਨਾਂ ਦੇ ਉੱਤੇ, ਤੇ ਬਣ ਕੇ ਕੀ ਰਹਿ ਗਿਆ ਕਮਿਊਨਿਟੀ ਹੈਲਥ ਸੈਂਟਰ, ਤੇ ਉਹ ਵੀ ਨਹੀਂ ਰਿਹਾ ਹੁਣ ਤਾਂ। ਠੀਕ ਹੈ, ਇੱਥੇ ਕੀ ਹੁੰਦਾ, ਇੱਥੇ ਲਿਖਿਆ ਹੋਇਆ ਜੀ 24 ਆਵਰਸ ਐਮਰਜੈਂਸੀ 24 ਆਵਰਸ ਲਿਖਿਆ ਹੋਇਆ, ਤੁਸੀਂ ਦੇਖ ਸਕਦੇ ਹੋ ਉੱਧਰ। ਪਰ ਹੁੰਦਾ ਕੀ ਹੈ, ਇੱਥੇ 24 ਆਵਰਸ ਰੈਫਰਲ ਹੁੰਦਾ ਹੈ, ਉਹ ਰੈਫਰਲ ਵੀ ਕਈ ਵਾਰ ਡਿਲੇ ਹੋ ਜਾਂਦਾ। ਜੇ 24 ਆਵਰ ਰੈਫਰਲ ਟੂ PGI ਕਰਨਾ ਤਾਂ ਫਿਰ ਇਹਦੀ ਲੋੜ ਕੀ ਹੈ ਉਰੇ? ਐਨੀ ਜਿਹੜੀ ਜ਼ਮੀਨ ਹੈ ਇੱਥੇ ਦੀ, ਜਿਹੜੀ ਕਿ ਇੱਕ ਦਾਨ ਵਜੋਂ ਇੱਥੇ ਮਿਲੀ ਹੋਈ ਹੈ। ਠੀਕ ਹੈ, ਸਾਡੇ ਸ਼ਿਵ ਸਰੂਪ ਆਤਮਾ ਸਵਾਮੀ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇੱਥੇ ਹਸਪਤਾਲ ਹੋਂਦ ਵਿੱਚ ਆਇਆ। ਠੀਕ ਹੈ, ਤੇ ਉਹ ਕਿਸ ਵਾਸਤੇ ਆਇਆ? ਇਸ ਵਾਸਤੇ ਆਇਆ ਕਿ ਇੱਥੇ ਲੋਕਾਂ ਦੀ ਜਿਹੜੀ ਸਿਹਤ ਹੈ ਉਹਦਾ ਧਿਆਨ ਰੱਖਿਆ ਜਾਵੇ। ਦੇਖੋ ਹਾਈਵੇ ਦੇ ਉੱਤੇ ਦੀ ਕਨੈਕਟੀਵਿਟੀ ਦੇਖੋ ਜੀ ਕਿੰਨੀ ਅੱਛੀ ਹੈ ਨਾ। ਹੁਣ ਤੇ ਹਾਈਵੇ ਕਿੰਨੇ ਬਾਈਪਾਸ ਵੀ ਬਣ ਗਏ ਨੇ। ਹਿਮਾਚਲ ਨੂੰ ਇਹ ਰਸਤਾ ਜਾਂਦਾ, ਜਲੰਧਰ ਅੰਮ੍ਰਿਤਸਰ ਨੂੰ ਇਹ ਰਸਤਾ ਜਾਂਦਾ, ਇੱਧਰ ਨੂੰ ਚੰਡੀਗੜ੍ਹ ਦੀ ਕਨੈਕਟੀਵਿਟੀ ਹੈਗੀ। ਚੰਡੀਗੜ੍ਹ ਨੂੰ 2 ਕਨੈਕਟੀਵਿਟੀ ਹੋ ਗਈਆਂ, ਵਾਇਆ ਖਰੜ ਹੋ ਗਈ ਤੇ ਠੀਕ ਹੈ ਵਾਇਆ ਬਲਾਕ ਮਾਜਰੀ ਹੋ ਗਈ। ਇਹ ਬਹੁਤ ਪ੍ਰੋਮੀਨੈਂਟ ਪਲੇਸ 'ਤੇ ਆ ਗਿਆ। ਜੇ ਇਹਦੇ ਉੱਤੇ ਸਿਹਤ ਸਹੂਲਤਾਂ ਵਧੀਆ ਹੋ ਜਾਣ, ਦੇਖੋ ਸਾਡੇ ਸ਼ਹਿਰ ਦਾ ਨਾਮ ਕਿੰਨਾ ਰੌਸ਼ਨ ਹੋਏਗਾ। ਅੱਛਾ, ਜੇ ਸਾਡੇ ਸ਼ਹਿਰ ਦਾ ਨਾਮ ਰੌਸ਼ਨ ਹੁੰਦਾ ਹੈ, ਠੀਕ ਹੈ, ਤਾਂ ਸਾਡੇ ਸਾਰਿਆਂ ਦਾ ਨਾਮ ਬਣਦਾ। ਅਸੀਂ ਇਹ ਚਾਹੁੰਦੇ ਹਾਂ ਕਿ ਜੋ ਵਾਅਦੇ ਉਹਨਾਂ ਨੇ ਕੀਤੇ ਹੋਏ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ, ਉਹ ਉਹਨਾਂ ਨੂੰ ਯਾਦ ਰੱਖਣ ਤੇ ਸੀਰੀਅਸਲੀ ਜਦੋਂ ਕਹਿੰਦੇ ਅਸੀਂ ਪਬਲਿਕ ਦੇ ਸੇਵਾਦਾਰ ਹਾਂ ਤਾਂ ਪਬਲਿਕ ਦੇ ਸੇਵਾਦਾਰ ਬਣ ਕੇ ਸੇਵਾ ਵੀ ਕਰਨ ਜੀ। ਅੱਛਾ, ਇੱਕ ਗੱਲ ਦੱਸੋ, ਜਿੱਦਾਂ ਹਾਈਵੇ ਦੇ ਉੱਤੇ ਹਸਪੀਟਲ ਹੈਗਾ, ਐਮਰਜੈਂਸੀ ਲੋਕ ਜਿਹੜੇ ਹੈਗੇ ਆ, ਕੁਰਾਲੀ ਦੇ ਲੋਕ ਆ, ਪਿੰਡਾਂ ਦੇ ਲੋਕ ਤਾਂ ਇੱਥੇ ਆਉਂਦੇ ਆ। ਜਿਵੇਂ ਬਾਹਰ ਦੇ ਲੋਕ ਇੱਥੋਂ ਲੰਘਦੇ, ਉਹਨਾਂ ਦੀ ਸਿਹਤ ਖਰਾਬ ਹੋ ਜਾਂਦੀ, ਅਕਸਰ ਐਕਸੀਡੈਂਟ ਵੀ ਬਹੁਤ ਹੁੰਦੇ ਆ। ਐਮਰਜੈਂਸੀ ਇੱਥੇ ਲਿਆਉਂਦੇ ਆ ਤਾਂ ਐਮਰਜੈਂਸੀ ਜੋ ਇਲਾਜ ਹੋਣਾ ਚਾਹੀਦਾ, ਜਿਵੇਂ ਕਹਿੰਦੇ ਕਿ ਸੜਕ ਦੇ ਉੱਤੇ ਹਸਪਤਾਲ ਦੇ ਵਿੱਚ ਟਰੋਮਾ ਸੈਂਟਰ ਹੋਣੇ ਚਾਹੀਦੇ ਆ, ਇੱਥੇ ਕੁਝ ਇੱਦਾਂ ਦੀਆਂ ਸਹੂਲਤਾਂ ਨਹੀਂ। ਹਾਂ, ਅਸੀਂ ਇਹ ਚਾਹੁੰਦੇ ਵੀ ਟਰੋਮਾ ਸੈਂਟਰ ਹੋਣਾ ਚਾਹੀਦਾ ਜੀ ਸਰ। ਇੱਥੇ ਤਾਂ ਦੇਖੋ 2 ਆਊਟੀ ਹੈਗੀਆਂ, ਆਪਰੇਸ਼ਨ ਥੀਏਟਰ 2 ਹੈ, ਇੱਥੇ ਸਰਜਨ ਨਹੀਂ ਹੈਗਾ। ਟਰੋਮਾ ਸੈਂਟਰ ਦਾ ਤੁਸੀਂ ਕੀ ਕਹੋਗੇ? ਇੱਥੇ ਸਿਰਫ ਰੈਫਰ ਹਸਪੀਟਲ ਹੈ। ਇਹਨਾਂ ਨੇ ਜਦੇ PGI ਨੂੰ ਰੈਫਰ ਕਰ ਦੇਣਾ। ਸਾਡੀ ਸਿੱਧੂ ਸਾਹਿਬ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਸਿੱਧੂ ਸਾਹਿਬ ਤੁਸੀਂ ਬਹੁਤ ਵਧੀਆ ਬੰਦੇ ਆ। ਕੋਵਿਡ ਦੇ ਵਿੱਚ ਵੀ ਉਹਨਾਂ ਨੇ ਇੱਕ ਜਰਨੈਲ ਦੀ ਤਰ੍ਹਾਂ ਕੰਮ ਕੀਤਾ। ਈਵਨ ਕਿ ਇੱਕ ਜੋ ਆਪਣੇ ਚੇਤਾਵਨੀ ਡੈਥ ਹੋਈ ਸੀਗੀ, ਉਹ ਅੰਤਮ ਸੰਸਕਾਰ 'ਚ ਵੀ ਸ਼ਾਮਲ ਹੋਏ ਸੀਗੇ। ਬੜੇ ਸਟਰੋਂਗ ਬੰਦੇ ਆ, ਪਰ ਇੱਥੇ ਆ ਕੇ ਫੇਲ ਹੋ ਗਏ ਕੁਰਾਲੀ। ਜੇ ਚੇਤਾਵਨੀ ਉਹਨਾਂ ਦਾ ਫਾਰਮ ਹਾਊਸ ਵੀ ਹੈ, ਗੋਡਾਨ ਵੀ ਹੈਗਾ, ਤੇ ਆਪਣਾ ਪੈਟਰੋਲ ਪੰਪ ਵੀ ਹੈਗਾ, ਮਾਜਰੀ ਵੀ ਕਾਰੋਬਾਰ ਹੈਗਾ ਉਹਨਾਂ ਦਾ,
ਠੀਕ ਹੈ ਜੀ ਗੱਲ। ਕੁਰਾਲੀ ਗੈਸ ਏਜੰਸੀ ਹੈਗੀ ਹੈ, ਮਤਲਬ ਉਹ ਬਹੁਤ ਚੰਗੀ ਤਰ੍ਹਾਂ ਇੱਥੇ ਜੁੜੇ ਹੋਏ ਹੈ, ਉਹ ਡਾਊਨ ਟੂ ਅਰਥ ਬੰਦੇ ਹੈ। ਪਰ ਇੱਥੇ ਦੀ ਜਿਹੜੀ ਸੌੜੀ ਸਿਆਸਤ ਦੇ ਕਾਰਨ ਉਹ ਸਾਡੇ ਜਿਹੜਾ ਹਸਪੀਟਲ ਨੂੰ ਹੈ ਉਹ ਅੱਗੇ ਨਹੀਂ ਅਪਗ੍ਰੇਡ ਕਰ ਰਹੇ। ਅਸੀਂ ਹੱਥ ਜੋੜ ਕੇ ਸਿੱਧੂ ਸਾਹਿਬ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਕਿਰਪਾ ਕਰਕੇ ਜਿਵੇਂ ਹੁਣ ਤੁਸੀਂ ਘਨੌਰ ਦਾ ਕਰਤਾ, ਕਦੇ ਫਰੀਦਕੋਟ ਦਾ ਕਰਤਾ, ਕਦੇ ਬਠਿੰਡੇ ਜਾਏ, ਉਹ ਭਾਈ ਅੱਗਾ ਦੌੜ ਪਿੱਛਾ ਚੌੜ ਹੋ ਰਹੀ ਹੈ। ਇੱਥੇ ਘੱਟੋ ਘੱਟ ਆਪਣੇ ਸਾਡੇ ਜ਼ਿਲ੍ਹੇ ਦੇ ਹੈ, ਸਾਡੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਕਾਰਨ ਮਤਲਬ ਦੀਵੇ ਥੱਲੇ ਹਨੇਰਾ ਹੋਇਆ ਪਿਆ, ਤੇ ਫਾਇਦਾ ਕਿਆ ਜੀ ਉਸ ਚੀਜ਼ ਦਾ। ਕਿੰਨੀਆਂ ਪੋਸਟਾਂ ਹੈਗੀਆਂ ਇੱਥੇ, ਕਿੰਨੀਆਂ ਖਾਲੀ ਪੋਸਟਾਂ ਕੁਛ ਆ? ਇੱਥੇ ਤਾਂ ਸਰ ਇਹ ਜੋ ਕਾਰਪੋਰੇਸ਼ਨ ਦੇ ਅੰਡਰ ਆਇਆ ਹੋਇਆ ਹੈਗਾ, ਇੱਥੇ ਤਾਂ ਇਹ ਠੇਕੇ ਤੇ ਹੈਗਾ ਇਸ ਟਾਈਮ, ਠੀਕ ਹੈ। ਤੇ ਇੱਥੇ ਜੋ ਦੱਸਤਾ ਅਸੀਂ ਤੁਹਾਨੂੰ, ਨਾ ਤਾਂ ਸਰਜਨ ਹੈਗੇ ਜੀ ਇੱਥੇ, ਠੀਕ ਹੈ ਜੀ, ਨਾ ਬੱਚਿਆਂ ਦਾ ਡਾਕਟਰ ਹੈਗਾ, ਨਾ ਹੱਡੀਆਂ ਦਾ ਡਾਕਟਰ ਹੈਗਾ, ਨਾ ਮੈਡੀਸਨ ਦਾ ਡਾਕਟਰ ਹੈਗਾ, ਅੱਖਾਂ ਵਾਲਾ ਮੈਡੀਸਨ ਦਾ ਮਤਲਬ ਦੱਸਦਾ ਹੈਗਾ। ਇਹ ਉਲਟ ਫੁਲਟ ਕੰਮ ਸਾਰਾ ਹੋਇਆ ਵਾ। ਤੇ ਅਸੀਂ ਚਾਹੁੰਦੇ ਵੀ ਜਿਹੜੀਆਂ ਸਾਰੀਆਂ ਸਹੂਲਤਾਂ ਹੈਗੀਆਂ ਅਲਟਰਾਸਾਊਂਡ ਵਾਸਤੇ, ਜੇ ਗਰੀਬ ਬੰਦਾ ਉਰੇ ਅਲਟਰਾਸਾਊਂਡ ਨੂੰ ਆਉਂਦਾ, ਅਲਟਰਾਸਾਊਂਡ ਲਿਖ ਦਿੰਦੇ, ਅਲਟਰਾਸਾਊਂਡ ਬਾਹਰ ਹੁੰਦਾ ਹੈ ਜੀ, ਠੀਕ ਹੈ ਜੀ, ਜਦ ਕਿ ਮਸ਼ੀਨ ਅੰਦਰ ਪਈ ਹੈ। ਕਿਆ ਕਰੋਗੇ ਤੁਸੀਂ? ਸਾਰਾ ਕੁਝ ਇਸ ਹਸਪੀਟਲ ਦੇ ਵਿੱਚ, ਇਸ ਬਿਲਡਿੰਗ ਦੇ ਵਿੱਚ, ਇਸ ਸਫੇਦ ਹਾਥੀ ਦੇ ਵਿੱਚ ਪਿਆ ਹੈਗਾ, ਪਰ ਇੱਥੇ ਕੋਈ ਇਹ ਅਪਲਾਈ ਨਹੀਂ ਕਰ ਰਹੇ ਡਾਕਟਰਾਂ ਨੂੰ, ਜਦ ਕਿ ਔਨ ਕਾਲ ਡਾਕਟਰ ਆ ਸਕਦੇ ਆ, 2-2 ਦਿਨ ਵਾਸਤੇ ਆ ਸਕਦੇ ਆ। ਹੁਣ ਇਹ ਸਾਨੂੰ ਦੱਸਣਾ ਪਏਗਾ ਜੀ, ਦੱਸੋ ਕੀ ਕਰੋਗੇ ਤੁਸੀਂ? ਇਹ ਵੀ ਦੱਸ ਦਈਏ ਤੁਹਾਨੂੰ ਕਿ ਇਸ ਹਸਪੀਟਲ ਦੇ ਜੋ ਸਫਾਈ ਪ੍ਰਬੰਧ ਤੇ ਪਿਛਲੇ ਸਾਲ ਕੋਵਿਡ ਦੇ ਦਰਮਿਆਨ ਅਸੀਂ ਨੌਜਵਾਨ ਸਭਾ ਵੈਲਫੇਅਰ ਦਾ, ਮੈਂ ਜਨਰਲ ਸੈਕਟਰੀ ਵੀ ਹਾਂ, ਅਸੀਂ ਇਕੱਠੇ ਹੋ ਕੇ, ਮੇਰਾ ਦੋਸਤ ਸੋਨੂ ਹੈ ਤੇ ਮੋਹਿਤ ਆ ਮੁੰਡਾ ਜਿੰਦੇ ਵਾਲਾ, ਤਾਲੇ ਵਾਲਿਆਂ ਦੇ, ਬਿੱਟੂ ਹੈ ਮੁੰਡਾ ਝੰਡਾ, ਅਸੀਂ ਸਾਰਿਆਂ ਨੇ ਇਕੱਠੇ ਹੋ ਕੇ 10-15 ਨੌਜਵਾਨਾਂ ਨੇ ਇੱਥੇ ਛੰਗਾਈ ਵੀ ਕੀਤੀ ਸੀਗੀ, ਰੰਗ ਰੋਗਨ ਵੀ ਕੀਤਾ ਸੀਗਾ। ਹੁਣ ਅਸੀਂ ਕੀ ਕਰੀ ਜਾਈਏ? ਅਸੀਂ ਅੱਕੇ ਪਏ ਆ ਸਰ। ਅਸੀਂ ਕਹਿੰਦੇ ਵੀ ਤੁਸੀਂ ਸਾਡੀਆਂ ਸੁਣ ਲਓ ਸਿੱਧੂ ਸਾਹਿਬ, ਤੁਸੀਂ ਜ਼ਿਲ੍ਹੇ ਦੇ ਹੈਗੇ ਆ, ਕਿਰਪਾ ਕਰ ਦਿਓ। ਐਵੇਂ ਕਿਵੇਂ ਬਦਨਾਮੀ ਹੋ ਰਹੀ ਹੈ? ਸਰਕਾਰ ਦੇ ਜਿਹੜੇ ਹੈਗੇ ਆ ਮੰਤਰੀ ਆ ਜਾਂ ਕਾਂਗਰਸੀ ਆ, ਉਹ ਤਾਂ ਆਪਣੀਆਂ 4 ਸਾਲ ਦੀਆਂ ਉਪਲਬਧੀਆਂ ਗਿਣਾਉਂਦੇ ਥੱਕਦੇ ਨਹੀਂ ਆ। ਸਿਹਤ ਸਹੂਲਤਾਂ ਕਹਿੰਦੇ ਬਹੁਤ ਕਰਤੀਆਂ, ਕਰੋੜਾਂ ਰੁਪਏ ਖਰਚ ਦਿੱਤੇ ਆ, ਤੁਸੀਂ ਜਿਹੜੀਆਂ ਹੈਗੀਆਂ ਕਮੀਆਂ ਗਿਣਾਈ ਜਾਂਦੇ। ਕਮੀਆਂ ਸਰ ਦੇਖੋ, ਗੱਲ ਇਹ ਹੈ ਵੀ ਇਹ ਬਿਲਕੁਲ ਨਜ਼ਰ ਦੇ ਵਿੱਚ ਆਉਣ ਵਾਲੀਆਂ ਹੈਗੀਆਂ। ਮੋਟੇ ਰੋਡ ਹੈ, ਕੋਈ ਛੋਟੀ ਜੀ ਨਹੀਂ ਹੈਗੀ, ਠੀਕ ਹੈ ਨਾ। ਤਾਂ ਦੇਖੋ ਐਜੂਕੇਸ਼ਨ ਦੇ ਨਾਂ 'ਤੇ ਸਿਰਫ ਇੱਕ ਸਕੂਲ ਹੈ ਇੱਥੇ, ਉਹ ਤਾਂ ਇਹ ਮਤਲਬ ਬਾਹਾ ਲਾਰਦੇ ਜੀ, ਅਸੀਂ ਸਿੱਧੂ ਧੜੇ ਦੇ ਬੰਦੇ ਆ ਜੀ। ਉਰੇ ਹਸਪੀਟਲ ਦਾ ਦੇਖ ਲਓ, ਫੂਕ ਨਿਕਲ ਜਾਂਦੀ ਆ ਕਿ ਉਹ 56 ਇੰਚ ਦਾ ਸੀਨਾ ਚੌੜਾ ਕਰਕੇ ਕਹਿੰਦੇ ਵੀ ਅਸੀਂ ਸਿੱਧੂ ਸਾਹਿਬ ਦੇ ਬੰਦੇ ਜੀ। ਸਿੱਧੂ ਸਾਹਿਬ ਕਿਹੜੇ ਬੰਦੇ ਯਾਰ ਤੁਸੀਂ? ਸਿੱਧੂ ਸਾਹਿਬ ਦੇ, ਸਿੱਧੂ ਸਾਹਿਬ ਕੰਮ ਨਹੀਂ ਕਰਦਾ, ਸਾਡੇ ਨਾਲ ਆਓ ਧਰਨੇ ਪਰ, ਨਾ ਸਾਡੇ ਨਾਲ ਧਰਨੇ ਪਰ ਆਉਂਦੇ ਆ, ਨਾ ਸਿੱਧੂ ਸਾਹਿਬ ਨੂੰ ਕਹਿੰਦੇ ਆ। ਬਦਨਾਮੀ ਉਸ ਕੈਬਨਿਟ ਮਿਨਿਸਟਰ ਦੀ ਕਰਵਾ ਕੇ ਰੱਖੀ ਵੀ ਇਹਨਾਂ ਨੇ। ਕਿਤੇ ਕੱਲ ਨੂੰ ਕਾਂਗਰਸੀਆਂ ਦਾ ਜਾਂ ਮੰਤਰੀਆਂ ਦਾ ਬਿਆਨ ਨਾ ਆ ਜਾਵੇ ਵੀ ਇਹ ਬੰਦੇ ਤਾਂ ਆਮ ਆਦਮੀ ਪਾਰਟੀ ਆ, ਅਕਾਲੀਆਂ ਨੇ ਬਿਠਾਏ ਹੋਇਆ, ਜਾਣ ਕੇ ਬਦਨਾਮੀ ਕਰਨਾ। ਭਾਜੀ ਬਹੁਤ ਕੁਝ ਕਹੋਗੇ, ਐਦਾਂ ਤਾਂ ਨਹੀਂ? ਨਹੀਂ, ਇਹ ਤਾਂ ਬਹੁਤ ਕੁਝ ਕਹੋਗੇ। ਅੱਗੇ ਕਹਿੰਦੇ ਆ ਕ੍ਰਾਂਤੀਕਾਰੀਆਂ ਦੇ ਲਾਂਛਨ ਲੱਗਦੇ ਆਉਂਦੇ ਆ। ਹੁਣ ਅਸੀਂ ਤਾਂ ਮਾਰਸ਼ਲ ਬੰਦੇ ਜੀ, ਬੈਠੇ ਇੱਕ ਠੋਕ ਕੇ ਆ ਜਾਣ, ਜਿਹੜੇ ਨੇ ਆਉਣਾ ਸਾਹਮਣੇ, ਸਭ ਨੂੰ ਪਤਾ, ਸਾਡੇ ਕਰੈਕਟਰ ਦਾ ਵੀ ਪਤਾ, ਸਾਰੇ ਸਿਸਟਮ ਦਾ ਪਤਾ ਹੈਗਾ, ਕੋਈ ਗੱਲੇ ਨਹੀਂ ਹੈਗੀ। ਮੈਂ ਤਾਂ ਸਵਾਲ ਕੀਤਾ ਵੀ ਕੱਲ ਨੂੰ ਉਹਨਾਂ ਦੇ ਕਹਿਣ ਤੋਂ ਪਹਿਲਾਂ ਪੁੱਛ ਲਈਏ ਵੀ ਕਿਸੇ ਸਿਆਸੀ ਪਾਰਟੀ ਨੇ ਤਾਂ ਨਹੀਂ ਬਿਠਾਤਾ ਪਿੱਛੇ ਬਦਨਾਮੀ। ਦੇਖ ਲਓ ਜਿਹੜੇ ਸਾਡੇ ਸਾਥੀ ਹੈ, ਸਾਰਾ ਗੁਲਦਸਤਾ ਸਾਡੇ ਕੋਲ। ਕੱਲ ਅਕਾਲੀ ਦਲ ਵਾਲੇ ਵੀ ਆ ਕੇ ਬੈਠੇ ਸੀਗੇ, ਆਮ ਆਦਮੀ ਪਾਰਟੀ ਵਾਲੇ ਵੀ ਆ ਕੇ ਬੈਠੇ ਸੀਗੇ। ਮੇਰਾ ਇਹ ਦਿਖਾ ਦੇਣ ਵੀ ਮੈਂ ਕਿਸੇ ਪਾਰਟੀ ਦਾ ਮਤਲਬ ਮੁੱਢਲਾ ਮੈਂਬਰ ਵੀ ਹੈਗਾ ਜੀ। ਹਾਂ, ਮੈਂ ਉਰੇ ਇਲੈਕਸ਼ਨ ਲੜਿਆ ਸੀਗਾ, ਟਰੈਕਟਰ ਮੇਰਾ ਚੋਣ ਨਿਸ਼ਾਨ ਸੀਗਾ, ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਮੈਨੂੰ 4 ਜਾਂ 5 ਦਿਨ ਬਾਅਦ ਆ ਕੇ ਆਪ ਸਮਰਥਨ ਕਰਿਆ ਸੀਗਾ, ਜਦ ਉਹਨਾਂ ਨੇ ਦੇਖਿਆ ਵੀ ਵਾਰਡ ਦੇ ਵਿੱਚ ਪੂਰਾ ਟਰੈਕਟਰ ਦੌੜ ਰਿਹਾ ਹੈਗਾ। ਤੇ ਵਿਧਾਨ ਸਭਾ ਚੋਣਾਂ ਦੀ ਲੜਨ ਦੀ ਤਿਆਰੀ ਤਾਂ ਨਹੀਂ ਕਰਦੇ ਕਿਤੇ ਤੁਸੀਂ ਇਸ ਤੇ? ਉਹ ਨਹੀਂ ਭਾਜੀ, ਅਸੀਂ ਤਾਂ ਲੋਕਾਂ ਦੇ ਦਿਲ ਜਿੱਤਣ ਦੀ ਤਿਆਰੀ ਕਰ ਰਹੇ ਹਾਂ। ਚੋਣਾਂ ਇਹ ਲੜਨ, ਇਹ ਰਾਜਨੀਤੀ ਨੂੰ ਵੀ ਇਹਨਾਂ ਨੇ ਗੰਧਲਾ ਕਰਤਾ, ਸੌੜੀ ਕਰਕੇ ਰੱਖਤੀ ਰਾਜਨੀਤੀ। ਤੇ ਹੁਣ ਇਹ ਇਲੈਕਸ਼ਨ ਜਿਹੜੇ ਜਿੱਤੇ ਆ, ਸਿੱਧੂ ਸਾਹਿਬ ਦੇ ਧੜੇ ਦੇ ਬੰਦੇ ਜਿਹੜੇ ਕਹਿੰਦੇ ਆ, ਜਿਹੜੇ ਕੁਰਸੀ ਪਿੱਛੇ ਲੜ ਰਹੇ ਆ, ਜਿਹੜੇ ਕਹਿੰਦੇ ਆ ਕਿ ਵੀ ਪ੍ਰਧਾਨ ਮੈਂ ਬਣਨਾ, ਮੈਂ ਬੱਕਰੀ ਰਾਗ ਲਿਆ ਹੋਇਆ, ਮੈਂ ਬਣਨਾ, ਮੈਂ ਨਾ ਮਾਨੂ, ਠੀਕ ਹੈ ਜੀ। ਅਸੀਂ ਇਹ ਚਾਹੁੰਦੇ ਵੀ ਤੁਸੀਂ ਆਪਣੀ ਰਾਜਨੀਤੀ ਕਰੋ, ਪਰ ਲੋਕਾਂ ਦਾ, ਸ਼ਹਿਰ ਦਾ ਵਿਕਾਸ ਕਰੋ। ਦੇਖੋ ਇਹਦੇ ਵਿੱਚ ਕੀ ਹੈ, ਰਕੇਸ਼ ਕਾਲੀਆ ਜੀ ਹੈ, ਉਹ ਵੀ ਇੱਕ ਚੰਗੇ ਲੀਡਰ ਹੈਗੇ ਕਾਂਗਰਸ ਦੇ। ਜਸਵਿੰਦਰ ਗੋਲਡੀ ਬਹੁਤ ਵੱਡਾ ਨਾਮ ਹੈ, ਉਹਨਾਂ ਦੇ ਫਾਦਰ ਸਾਹਿਬ ਕਾਸ਼ੀ ਰਾਮ ਜੀ 3 ਵਾਰ ਕਰਾਲੀ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਆ। ਆਪਣੇ ਉਹਨਾਂ ਦੇ ਘਰ ਤੋਂ ਟਿਕਟਾਂ ਵੰਡ ਕੇ ਲੜਾਈ ਜਾਂਦੇ ਸੀਗੇ ਇਲੈਕਸ਼ਨ, ਰਾਸ਼ਟਰਪਤੀ ਉਹਨਾਂ ਦੇ ਘਰ ਆਉਂਦਾ ਸੀਗਾ, ਐਡਵੋਕੇਟ ਉਹ ਆਪ ਹੈ। ਹੁਣ ਉਹਨਾਂ ਨੂੰ ਕੌਣ ਸਮਝਾ ਲੂਗਾ? ਉਹਨਾਂ ਨੂੰ ਵੀ ਚਾਹੀਦਾ ਵੀ ਉਹ ਖੁਦ ਅੱਗੇ ਆ ਕੇ ਮਤਲਬ ਉਹਨਾਂ ਨੂੰ ਸਿੱਧੂ ਸਾਹਿਬ ਦੇ ਅੱਗੇ ਇਹ ਪ੍ਰਪੋਜ਼ਲ ਰੱਖਣ। ਫਿਰ ਸਾਡੇ ਬਹਾਦਰ ਸਿੰਘ ਓਕੇ ਸਿਲਾਈ ਮਸ਼ੀਨ ਵਾਲੇ ਆ, ਤਿਆਗ ਦੀ ਬਹੁਤ ਬੜੀ ਮੂਰਤ ਹੈ, ਪਰ ਹੁਣ ਕਰੀਏ ਕਿਆ? ਪਤਾ ਨਹੀਂ ਰਾਜਨੀਤੀ ਦੇ ਵਿੱਚ ਜਦੋਂ ਆਇਆ, ਪਤਾ ਨਹੀਂ ਅੱਖਾਂ ਤੇ ਕਿਆ ਪੱਟੀ ਮੇਵਾ ਇਹਨਾਂ ਦੇ ਬੰਨ ਹੋ ਗਿਆ। 4 ਸਾਲ ਹੋ ਗਏ ਆ ਕਾਂਗਰਸ ਸਰਕਾਰ ਆਈ ਨੂੰ, 4 ਸਾਲ ਸਿੱਧੂ ਸਾਹਿਬ ਨੂੰ ਬਣਿਆ ਨੂੰ, ਕੈਬਨਿਟ ਮਿਨਿਸਟਰ ਹੋ ਗਏ ਆ ਹੈਲਥ ਦੇ, ਪਰ ਅਜੇ ਤੱਕ ਇੱਕ ਡੱਕਾ ਨਹੀਂ ਹੋਇਆ। ਉਰੇ MP ਮਨੀਸ਼ ਤਿਵਾੜੀ ਜੀ ਵੀ ਆ ਕੇ ਗਏ ਆ, ਪੂਰਾ ਭਰੋਸਾ ਦੇ ਕੇ ਗਏ ਆ, ਪਤਾ ਨਹੀਂ ਫਾਈਲ ਨੂੰ ਧੱਕਾ ਹੀ ਨਹੀਂ ਲੱਗ ਰਿਹਾ।
ਹੁਣ ਪਤਾ ਨਹੀਂ ਕੀ ਕਰਨਾ ਪਊਗਾ। ਹੁਣ ਪਤਾ ਨਹੀਂ ਤਾਂ ਗੱਡੀ ਪੈਂਚਰ ਖੜੀ ਹੈ ਇਹ ਜਾਂ ਗੱਡੀ ਦੇ ਵਿੱਚ ਕੋਈ ਤੇਲ ਪਾਉਣਾ ਪਏਗਾ। ਤੁਸੀਂ ਸਮਝ ਸਕਦੇ ਆ ਉਹ ਭਾਈ ਗਰੀਬ ਬੰਦੇ ਆ ਉਰੇ ਇਲਾਜ ਨੂੰ ਤਰਸ ਰਹੇ ਆ। ਬਹੁਤਾ ਅਮੀਰ ਹਲਕਾ ਨਹੀਂ ਸਾਡਾ ਇਹ ਜਿਹੜਾ ਕਰਾਲੀ ਏਰੀਆ, ਬਹੁਤਾ ਅਮੀਰ ਨਹੀਂ ਹੈਗਾ ਮਹਾਲੀ ਵਾਂਗ ਸਿੱਧੂ ਸਾਹਿਬ। ਇੱਥੇ ਇਹਨਾਂ ਕੋਲ ਪੈਸੇ ਨਹੀਂ ਲੋਕਾਂ ਕੋਲ। ਆ ਮੈਂ ਤੁਹਾਨੂੰ ਦੱਸ ਦਿੰਦਾ, ਸਾਡੇ ਨਿਰਮਲ ਸਿੰਘ ਕਲਸੀ ਜੋ ਕਿ ਬਲਬੀਰ ਸਿੱਧੂ ਦੇ ਦੋਸਤ ਸੀਗੇ, ਉਹ ਕੋਵਿਡ ਦੇ ਨਾਲ ਮਰੇ ਆ। ਠੀਕ ਹੈ ਜੀ। ਪਹਿਲਾਂ ਤਾਂ ਸਰਕਾਰੀ ਹਸਪਤਾਲਾਂ 'ਚ ਵਿਚਾਰੇ ਗਏ, ਬਨੂੜ ਵੀ ਰਹੇ। ਉਸ ਤੋਂ ਬਾਅਦ ਉਹਨਾਂ ਦਾ ਸਰਵਣ ਪੁੱਤ ਵਿਚਾਰਾ ਅਵਤਾਰ ਕਲਸੀ ਮੇਰਾ ਦੋਸਤ ਹੈ, ਉਹ ਲੈ ਕੇ ਗਿਆ ਫਿਰ ਪ੍ਰਾਈਵੇਟ ਹਸਪਤਾਲ 7-8 ਲੱਖ ਰੁਪਇਆ ਖਰਚ ਕਰਤਾ। ਮੇਰੇ ਉਰੇ ਹਲਕੇ ਦੇ ਵਿੱਚ ਕਿਸੇ ਕੋਲ 7-8 ਲੱਖ ਰੁਪਇਆ ਨਹੀਂ ਬਾਈ ਸਿਹਤ ਪਰ ਖਰਚਣ ਵਾਸਤੇ। ਉਹਨਾਂ ਕੋਲ ਗਰੀਬ ਬੰਦੇ ਆ, ਉਰੇ ਆਉਂਦੇ ਤੁਸੀਂ ਆ ਕੇ ਦੇਖੋ। ਪਰ ਇਹਨਾਂ ਨੂੰ ਜਿਹੜੇ ਸਿੱਧੂ ਧੜੇ ਦੇ ਆ ਅਮੀਰ ਬੰਦੇ ਆ, ਇਹਨਾਂ ਨੂੰ ਦਰਦ ਨਹੀਂ ਹੈਗਾ ਕਿਉਂਕਿ ਇਹ ਉਰੇ ਇਲਾਜ ਕਰਾਉਣੇ ਨਹੀਂ ਆਉਂਦੇ। ਇਹਨਾਂ ਨੇ ਚੰਡੀਗੜ੍ਹ ਮੋਹਾਲੀ ਜਾਣਾ ਜਾਂ ਹੋਰ ਵੱਡੇ ਕਦੇ ਮੈਕਸੀ ਚਲੇ ਗਏ ਜਾਂ ਫੋਰਟਿਸ ਚਲੇ ਗਏ। ਇੱਥੇ ਤਾਂ ਮੇਰੇ ਵਰਗਾ ਗਰੀਬ ਬੰਦਾ ਆਊਗਾ। ਅਸੀਂ ਗਰੀਬਾਂ ਦੀ ਲੜਾਈ ਲੜ ਰਹੇ ਨਾ, ਅਸੀਂ ਕੋਈ ਇਲੈਕਸ਼ਨ ਲੜਨਾ ਨਾ, ਸਾਨੂੰ ਕੋਈ ਵੋਟਾਂ ਦਾ ਚੱਕਰ ਹੈ। ਤੁਸੀਂ ਸਾਡੇ ਤੇ ਵੋਟਾਂ ਲੈ ਲਿਓ, ਅਸੀਂ ਕਹਿ ਕੇ ਪਾ ਦੂੰਗੇ ਸਿੱਧੂ ਸਾਹਿਬ, ਚੋਣ ਪ੍ਰਚਾਰ ਵੀ ਕਰਨ ਆ ਜਾਏਗੇ ਤੁਹਾਡਾ, ਪਰ ਤੁਸੀਂ ਇਸ ਨੂੰ ਸਿਵਲ ਹਸਪਤਾਲ ਦਾ ਦਰਜਾ ਦਿਓ। ਸਰ 4 ਸਾਲ ਹੋ ਗਏ ਸਰਕਾਰ ਨੂੰ, ਕੀ ਮੰਨਦੇ ਜਿਹੜੇ ਵਾਅਦੇ ਕੀਤੇ ਸੀ ਸਰਕਾਰ ਨੇ ਕਿੰਨੇ ਕੁ ਪੂਰੇ ਹੋਏ? ਆਖਰੀ ਬਜਟ ਵੀ ਪੇਸ਼ ਹੋਣ ਜਾ ਰਿਹਾ ਤੇ ਲਗਾਤਾਰ ਧਰਨੇ, ਜੇ ਅਕਾਲੀ ਕਾਂਗਰਸੀ ਕਹਿ ਰਹੇ ਕਾਂਗਰਸ ਨੇ ਕੀਤਾ ਨਹੀਂ ਕੁਛ, ਠੀਕ ਆ, ਤੇ ਕਾਂਗਰਸ ਵਾਲੇ ਸੈਂਟਰ ਦੇ ਖਿਲਾਫ ਜਿਹੜੀ ਕੱਲ ਚੰਡੀਗੜ੍ਹ ਦੇ ਵਿੱਚ ਧਰਨਾ ਲਾਈ ਜਾਂਦੇ ਵੀ ਗੈਸ ਵਧਾਤੀ, ਕਿਤੇ ਨਾ ਕਿਤੇ ਮੁੱਦੇ ਨੂੰ ਭਟਕਾਇਆ ਜਾ ਰਿਹਾ। ਕਿਵੇਂ ਦੇਖਦੇ ਹੋ? ਜਿਹੜਾ ਇਹਨਾਂ ਦੇ ਹੱਥ 'ਚ ਹੈ ਉਹਦਾ ਕਰ ਸਕਦੇ, ਜਿਹੜਾ ਇਹਨਾਂ ਦੇ ਹੱਥ 'ਚ ਹੈਗਾ ਉਹਦਾ ਕਰ ਸਕਦੇ ਸਿੱਧੂ ਸਾਹਿਬ, ਇਹ ਤਾਂ ਜ਼ਰੂਰੀ ਕਰ ਦੋ। ਜੇ ਅਸੀਂ ਇੱਕ ਗੱਲ ਕਰ ਲਈਏ, ਹੁਣ ਦੇਸ਼ ਦੇ ਵਿੱਚ ਮਹਿੰਗਾਈ ਦੇਖ ਲਓ, ਕਿਸਾਨ ਹੱਦਾਂ ਦੇ ਉੱਪਰ ਬੈਠਾ। ਦਿੱਲੀ ਮੈਂ 2 ਮਹੀਨੇ ਸਾਥੀ ਲਾ ਕੇ ਆਇਆ ਉੱਥੇ, ਠੀਕ ਹੈ ਜੀ। ਉੱਥੇ ਵੀ ਮੌਤਾਂ ਹੋ ਰਹੀਆਂ। ਜੇ ਹੁਣ ਜਿਹੜੇ ਕਿਸਾਨ ਉੱਥੇ ਬੈਠੇ ਆ 80 ਪਿੰਡ ਲੱਗਦੇ ਆ CHC ਨੂੰ, 80 ਪਿੰਡ ਲੱਗਣ ਦੇ ਨਾਲ ਹੁਣ ਉਹ ਕਿਸਾਨਾਂ ਦੇ ਬੱਚੇ ਵੀ ਤਾਂ ਜਾਂ ਕੋਈ ਬਜ਼ੁਰਗ ਆਉਂਦਾ ਜਾਂ ਹੋਰ ਆ, ਇੱਥੇ ਗਰੀਬ ਤਬਕਾ ਹੀ ਆਏਗਾ ਤੇ ਨਹੀਂ ਉਹਨਾਂ ਦੀ ਵੀ ਲੁੱਟ ਹੋਏਗੀ। ਇਸ ਕਰਕੇ ਜੋ ਹੁਣ ਜਿਹੜੀ ਸਥਿਤੀ ਇਹ ਆ ਗਈ, ਮੋਦੀ ਸਾਹਿਬ ਦੀ ਕਿਰਪਾ ਇੰਨੀ ਹੋਈ ਵੀ ਹੈ। ਇੱਕ ਤਾਂ ਪੈਟਰੋਲ 100 ਰੁਪਏ ਨੂੰ ਹੋਣ ਜਾ ਰਿਹਾ, ਦੂਜਾ ਸਿਲੰਡਰ 1000 ਰੁਪਏ ਨੂੰ ਗਿਫਟ ਸਾਨੂੰ ਮਿਲ ਰਿਹਾ। ਲੋਕਾਂ ਨੇ ਤਿਆਰੀਆਂ ਕਰ ਲਈਆਂ, ਸਿਲੰਡਰ ਚੀਰ ਕੇ ਚੁੱਲ੍ਹੇ ਬਣਾ ਰਹੇ ਜੀ। ਮਤਲਬ ਇੰਨੀ ਹੁਣ ਭੁੱਖਮਰੀ ਬਣ ਗਈ। ਇਲਾਜ ਕਰਾਉਣ ਨੂੰ ਕਿਸੇ ਕੋਲ ਪੈਸਾ ਨਹੀਂ ਹੈਗਾ। ਸਮਝੇ? ਸਰਕਾਰ ਕਹਿੰਦੀ ਵੀ ਕਲਚਰ ਭੁੱਲ ਗਏ ਪੰਜਾਬੀ ਨੂੰ, ਕਲਚਰ ਪੁਰਾਣਾ ਯਾਦ ਕਰਾ ਦਈਏ। ਕਲਚਰ ਤਾਂ ਦਿੱਲੀ 'ਚ ਬੈਠ ਕੇ ਯਾਦ ਕਰਾ ਰਹੇ, ਇਹਨਾਂ ਨੂੰ ਹੋਰ ਕਿਸ ਤਰ੍ਹਾਂ ਯਾਦ ਕਰਾ ਦੂੰਗੇ? ਸਾਰੇ ਲੱਗੇ ਹੋਏ ਕਿਸਾਨ ਉੱਥੇ ਬੈਠੇ ਹੈ, ਠੀਕ ਹੈ ਜੀ ਗੱਲ। ਹੁਣ ਜੇ ਹੁਣ ਵੀ ਇਹ ਤਾਂ ਦੇਖੋ, ਇਹ ਜੁਮਲੇਬਾਜ਼ ਸਰਕਾਰ ਹੈ, ਇਹ ਸਵਾਦ ਲੈ ਰਹੀ ਹੈ, ਪਰ ਅਸੀਂ ਡਟੇ ਹੋਏ ਹਾਂ। ਮੈਂ ਕਹਿੰਦਾ ਵੀ ਜੇ ਹੱਦਾਂ ਪਰ ਜਿੱਥੇ ਕਿਸਾਨ ਬੈਠਾ, ਉੱਥੇ ਸਰਹੱਦਾਂ ਪਰ ਉਹਨਾਂ ਦੇ ਬੱਚੇ ਹੀ ਜਵਾਨ ਬੈਠੇ ਹੈ, ਪਰ ਸਾਨੂੰ ਅੰਦਰ ਦੀ ਲੜਾਈ ਵੀ ਲੜਨੀ ਪੈਣੀ ਹੈ। ਜੇ ਅਸੀਂ ਅੰਦਰ ਦੀ ਲੜਾਈ ਨਹੀਂ ਲੜਾਂਗੇ ਨਾ, ਅਸੀਂ ਫੇਲ ਹੋ ਜਾਾਂਗੇ। ਅਸੀਂ ਇਹ ਅੰਦਰ ਦੀ ਲੜਾਈ 'ਚ ਜਿੱਤ ਪ੍ਰਾਪਤ ਕਰਨੀ ਹੈ ਤੇ ਜੋ ਅਸੀਂ ਕਰਵਾ ਸਕਦੇ, ਜਿਵੇਂ ਭਾਜੀ ਨੇ ਕਿਹਾ ਵੀ ਜੋ ਸਿੱਧੂ ਸਾਹਿਬ ਦੇ ਹੱਥ 'ਚ ਹੈਗਾ, ਘੱਟੋ ਘੱਟ ਕੈਪਟਨ ਸਾਹਿਬ ਦਾ ਨਾਂ ਨਾ ਬਦਨਾਮ ਕਰੋ। ਇਹ ਤਾਂ ਸਿੱਧੂ ਸਾਹਿਬ ਤੁਸੀਂ ਕਰ ਦਿਓ, ਕਿਉਂ ਇਹਨਾਂ ਕਰਾਲੀ ਦੇ ਬੰਦਿਆਂ ਦੇ ਚੱਕਰ 'ਚ ਪਏ ਹੋਏ ਆ। ਇਹਨੂੰ ਛੇਤੀ ਤੋਂ ਛੇਤੀ ਕਰਾਓ, ਨਹੀਂ ਸਾਨੂੰ ਅੱਗੇ ਸਖਤ ਕਦਮ ਚੱਕਣੇ ਪੈਣਗੇ। ਹੁਣ ਅਸੀਂ ਆਰਾਮ ਦੇ ਨਾਲ ਬੈਠੇ ਆ, ਫਿਰ ਉਸ ਤੋਂ ਬਾਅਦ ਅਸੀਂ ਸੜਕਾਂ 'ਤੇ ਵੀ ਉਤਰਾਂਗੇ, ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ। ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਜੋ ਇੱਕ ਟ੍ਰੈਂਡ ਚੱਲ ਪਿਆ ਨਾ ਜੁਮਲੇਬਾਜ਼ੀ ਦਾ, ਠੀਕ ਹੈ, ਕਿ ਹਾਂਜੀ ਅਸੀਂ ਕਹਿਣਾ ਹੋਰ ਹੈ ਤੇ ਕਰਨਾ ਹੈ ਨਹੀਂ ਕੁਛ। ਜਿਵੇਂ ਹਾਥੀ ਦੇ ਦੰਦ ਦਿਖਾਣ ਦੇ ਹੋਰ ਨੇ ਤੇ ਖਾਣ ਦੇ ਹੋਰ ਨੇ। ਦੇਖੋ ਹੁਣ ਸੋਸ਼ਲ ਮੀਡੀਆ ਇੰਨਾ ਸਟਰੋਂਗ ਹੋ ਗਿਆ। ਪਹਿਲਾਂ ਗੋਦੀ ਮੀਡੀਆ ਨੇ ਸਾਨੂੰ ਜੋ ਵੀ ਪਰੋਸਿਆ, ਅਸੀਂ ਉਹ ਦੇਖਦੇ ਰਹੇ, ਸੁਣਦੇ ਰਹੇ, ਮੰਨਦੇ ਰਹੇ, ਅਸੀਂ ਉਹਨੂੰ ਹੀ ਸੱਚ ਮੰਨ ਲਿਆ, ਠੀਕ ਹੈ। ਪਰ ਹੁਣ ਸੋਸ਼ਲ ਮੀਡੀਆ ਰਾਹੀਂ ਅਵੇਅਰ ਹੋ ਗਏ, ਠੀਕ ਆ। ਆਹ ਜਿਹੜੇ ਇੰਨੇ ਵਧੀਆ ਚੈਨਲ ਨੇ ਜਿਹੜੇ ਕਿ ਇੱਥੇ ਆ ਕੇ ਕਵਰੇਜ ਕਰ ਰਹੇ ਨੇ, ਸਾਡੀ ਗੱਲ ਨੂੰ ਸਹੀ ਤਰੀਕੇ ਨਾਲ ਪਬਲਿਕ ਤੱਕ ਪਹੁੰਚਾ ਰਹੇ ਨੇ। ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ, ਪਬਲਿਕ ਨੂੰ ਵੀ, ਕਿ ਦੇਖੋ ਅਸੀਂ ਕਿਹਦੇ ਲਈ ਬੈਠੇ ਹਾਂ। ਸਿਹਤ ਸਭ ਨੂੰ ਚਾਹੀਦੀ ਹੈ ਜੀ, ਹੈ ਨਾ, ਸਭ ਨੂੰ ਚਾਹੀਦੀ ਹੈ। ਕਿਹਦੇ ਲਈ ਬੈਠੇ ਹਾਂ, ਹੈ ਨਾ, ਸਿਹਤ ਲਈ ਬੈਠੇ ਹਾਂ। ਤੇ ਇਸ ਲਈ ਸਭ ਨੂੰ ਇੱਥੇ ਆਉਣਾ ਚਾਹੀਦਾ। ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਹੈ, ਇਹ ਕੰਮ ਉਹਨਾਂ ਦਾ ਬਣਦਾ ਜੀ, ਠੀਕ ਹੈ। ਸਾਡੀਆਂ ਸਮੱਸਿਆਵਾਂ ਨੂੰ ਬਿਹਤਰ ਕੌਣ ਸਮਝਦਾ ਹੈ? ਸਾਡਾ ਰਿਪਰੈਜ਼ੈਂਟੇਟਿਵ, ਤਾਂ ਹੀ ਅਸੀਂ ਚੁਣਿਆ ਤੇ ਉਹੀ ਇਹਨੂੰ ਵਧੀਆ ਤਰੀਕੇ ਨਾਲ ਸਰਕਾਰ ਨੂੰ ਪ੍ਰੈਜ਼ੈਂਟ ਕਰ ਸਕਦਾ ਹੈ। ਤੇ ਜੇ ਉਹ ਸਰਕਾਰ ਨੂੰ ਪ੍ਰੈਜ਼ੈਂਟ ਨਹੀਂ ਕਰ ਪਾ ਰਹੇ ਜਾਂ ਸਰਕਾਰ ਉਹਦੀ ਹੈਲਪ ਨਹੀਂ ਕਰ ਰਹੀ, ਠੀਕ ਹੈ, ਇੱਕ ਦੂਜੇ ਤੋਂ ਦੂਸ਼ਣਬਾਜ਼ੀ ਕਰੀ ਜਾ ਰਹੇ ਹਾਂ, ਅਸੀਂ ਤਾਂ ਕਰਨਾ ਚਾਹੁੰਦੇ ਹਾਂ, ਫਲਾਣਾ ਨਹੀਂ ਕਰਨ ਦੇ ਰਿਹਾ, ਫਲਾਣਾ ਆ ਕੇ ਕਹਿੰਦਾ ਧਮਕਾ ਨਹੀਂ ਕਰਨ ਦੇ ਰਿਹਾ। ਦੇਖੋ ਉੱਥੇ ਪਬਲਿਕ ਨੇ ਤੁਹਾਨੂੰ ਚੁਣਿਆ, ਜੇ ਐਦਾਂ ਦੀ ਕੋਈ ਸਮੱਸਿਆ ਆਉਂਦੀ ਪਬਲਿਕ ਦੀ ਸਪੋਰਟ ਲਓ, ਰਿਪਰੈਜ਼ੈਂਟ ਉਹਨਾਂ ਨੇ ਕਰਨਾ, ਤੁਹਾਡੇ ਨਾਲ ਹੈਗੇ ਆ। ਕੀ ਨਾਮ ਜੀ? ਮੇਰਾ ਨਾਮ ਅਮਨਦੀਪ ਸਿੰਘ ਗੋਲਡੀ, ਸਾਬਕਾ ਸਰਪੰਚ ਅਕਾਲਗੜ੍ਹ। ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਦੇ 4 ਸਾਲ ਪੂਰੇ ਹੋ ਚੁੱਕੇ ਆ ਤੇ ਬਜਟ ਵੀ ਪੇਸ਼ ਹੋਣ ਜਾ ਰਿਹਾ, ਇੱਧਰ ਧਰਨੇ ਲੱਗ ਰਹੇ ਆ, ਸਿਹਤ ਸਹੂਲਤਾਂ ਕਹਿੰਦੇ ਪੂਰੀਆਂ ਨਹੀਂ ਹੈਗੀਆਂ। ਸਰਕਾਰ ਦੇ 4 ਸਾਲ ਹੋ ਗਏ ਆ, ਜਿਹੜੇ 5-7 ਮਹੀਨੇ ਰਹਿ ਗਏ ਇਹ ਵੀ ਇਹਨਾਂ ਨੇ ਸ਼ੋਸ਼ੇਬਾਜ਼ੀ 'ਚ ਕੱਢ ਦੇਣੇ ਜੀ। ਬਿਲਕੁਲ ਇਲੈਕਸ਼ਨ ਹੋਈ, ਸਾਡਾ ਭਰਾ ਏ ਵੱਡਾ ਰਣਜੀਤ ਸਿੰਘ ਮਾਰਸ਼ਲ, ਅਸੀਂ ਇਹਨਾਂ ਨੂੰ, ਚਲੋ ਇਹਨਾਂ ਨੇ ਇੱਕ ਸੇਵਾ ਦੇ ਨਾਂ 'ਤੇ ਤੁਰੇ ਸੀਗੇ, ਇਲੈਕਸ਼ਨ ਲੜੇ, ਚਲੋ ਇਲੈਕਸ਼ਨ 'ਚ ਰਿਜ਼ਲਟ ਜਿੱਦਾਂ ਮਰਜ਼ੀ ਰਿਹਾ, ਪਰ ਹੁਣ ਵੀ ਲੋਕ ਜਿੱਤ ਕੇ MC ਘਰੇ ਬਹਿ ਕੇ ਇਹਨਾਂ ਦੀ ਦੇਖੋ ਸੇਵਾ, ਇਹਨਾਂ ਨੇ ਕੀ ਲੈਣਾ ਸੀਗਾ। ਪਰ ਇਹ ਪਰਸੋਂ ਦੇਖ ਲਓ, ਹਫਤਾ ਹੋ ਗਿਆ, ਹਫਤੇ ਦਾ ਵਿਉਂਤਬੰਦੀ ਕੱਲ੍ਹ ਇਹਨਾਂ ਨੇ ਸਿਰੇ ਲਾਤੀ। ਇਹ ਇੱਕ ਯੋਧਾ ਵੀਰ ਆ ਸਾਡਾ,
ਅਸੀਂ ਜਿੱਦਾਂ ਸਾਡਾ ਕਾਕਾ ਵੀ ਚੱਲੂਗਾ ਅਸੀਂ ਇਹਦੇ ਨਾਲ ਹਰ ਟਾਈਮ ਸਮਰਥਨ ਦੇਣ ਨੂੰ, ਅੱਧੀ ਰਾਤ ਨੂੰ ਸਾਡੇ ਇਲਾਕੇ ਦੇ ਜਿੰਨੇ ਪਿੰਡਾਂ ਸਾਰੇ ਵੀਰ ਦੇ ਸਮਰਥਨ ਦੇਣ ਨੂੰ ਤਿਆਰ ਹਾਂ। ਸਾਡੇ ਪ੍ਰਧਾਨ ਜੀ ਬੈਠੇ ਆ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ, ਇਹ ਵੀ ਸਾਰੇ ਵੀਰ ਆਏ ਆ। ਅਸੀਂ ਸਾਰੇ ਵੀਰ ਕਾਕੇ ਮਾਰਸ਼ਲ ਦੀ ਇੱਕ ਅਸੀਂ ਨਾਰਾ ਵੀ ਲਾਇਆ, ਮਾਰਸ਼ਲ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਅਸੀਂ ਇਹ ਨਾਰੇ ਨਾਲ ਆਪਣੇ ਮਾਰਸ਼ਲ ਵੀਰ ਦੇ ਨਾਲ ਹਰ ਟਾਈਮ ਖੜੇ ਹਾਂ ਜੀ। ਬਿਲਕੁਲ ਜੀ। ਅੱਛਾ ਮਾਰਸ਼ਲ ਜੀ, ਜਿਵੇਂ ਤੁਸੀਂ ਪਿੱਛੇ ਲਿਖਿਆ ਵੀ ਹੈ ਵੀ ਸਮੂਹ ਇਲਾਕਾ ਨਿਵਾਸੀ ਆ, ਕੀ ਇਹਨਾਂ ਜਿਹੜੇ ਲੋਕ ਆ ਜਿਨ੍ਹਾਂ ਵਾਸਤੇ ਲੜਾਈ ਲੜ ਰਹੇ ਆ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ, ਉਹ ਆਏ ਨਹੀਂ ਇੱਥੇ ਪਹੁੰਚੇ ਨਹੀਂ, ਤੁਸੀਂ ਉਹ ਜਿਹੜਾ ਹੈਗਾ ਬੈਠੇ ਹੋ? ਨਹੀਂ ਇਹ ਦੇਖੋ ਗੱਲ ਇਹ ਹੈਗੀ ਆ ਵੀ ਇਹ ਸਾਥੀ ਸਾਡੇ ਸਲੇਮਪੁਰ ਤੋਂ ਹੈ, ਸਾਥੀ ਸਾਡੇ ਨੱਗਲ ਤੋਂ ਹੈ, ਇਹ ਸਾਡੇ ਚਨਾਲੋਂ ਤੋਂ ਹੈ ਤੇ ਹੋਰ ਪਹੁੰਚੇ ਹੋਏ ਆ ਸਾਥੀ ਸਵੇਰ ਤੋਂ, ਮਤਲਬ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਮੇਰੇ ਕੋਲ ਪਿਕਸ ਹੈਗੀਆਂ, ਵੀਡੀਓਜ਼ ਹੈਗੀਆਂ, ਆਪਣੀ ਹਾਜ਼ਰੀ ਲਵਾ ਕੇ ਜਾਂਦੇ ਆ। ਨਹੀਂ ਜਿਵੇਂ ਆਪਾਂ ਦੇਖੀਏ ਵੀ 50,000 ਆਬਾਦੀ ਤੁਸੀਂ ਕਹਿੰਦੇ ਕੁਰਾਲੀ ਦੀ ਹੈ, ਘੱਟੋ ਘੱਟ ਜਿਹੜਾ 100 200 400 500 ਬੰਦਾ ਤਾਂ ਆ ਸਕਦਾ ਹੈ 50,000 ਚੋਂ, ਜੇ ਉਹਨਾਂ ਨੂੰ ਆਪਣੀ ਸਿਹਤ ਸਹੂਲਤਾਂ ਦਾ ਫਿਕਰ ਹੋਵੇ। ਜਿਹੜੇ ਲੋਕ ਕਿਉਂ ਨਹੀਂ ਜਾਗਰੂਕ ਹੈਗੇ ਆ? ਤੁਸੀਂ ਲੜ ਰਹੇ ਹੋ ਲੜਾਈ ਲਗਾਤਾਰ, ਲੋਕ ਆਰਾਮ ਨਾਲ ਘਰਾਂ ਦੇ ਵਿੱਚ ਬੈਠੇ ਆ। ਦੇਖੋ ਜੀ, ਇੱਕ ਤਾਂ ਦਿੱਲੀ ਗਈ ਹੋਈ ਹੈ, ਜਿਹੜੇ ਕਿਸਾਨ ਜ਼ਿਆਦਾਤਰ ਉੱਥੇ ਬੈਠੇ ਹੈਗੇ ਆ। ਦੂਜਾ ਸ਼ਹੀਦ ਭਗਤ ਸਿੰਘ ਹੁਣੀ ਵੀ ਇਕੱਲੇ ਹੀ ਤੁਰੇ ਸੀਗੇ, ਠੀਕ ਹੈ ਜੀ। ਇੱਕ ਸ਼ੇਰ ਹੈਗਾ, ਅਕੇਲਾ ਚਲਾ ਥਾ ਜਾਨਬੇ ਮੰਜ਼ਿਲ ਕੀ ਔਰ आगे बढ़ता गया और काफले बनते गए। ਤੁਹਾਨੂੰ ਮੈਂ ਦਿਖਾਵਾਂਗਾ ਆਉਂਦੇ ਦਿਨ 'ਚ ਬੜੇ ਕਾਫਲੇ ਹੈ, ਕੋਈ ਐਸੀ ਗੱਲ ਨਹੀਂ ਹੈਗੀ। ਅਜੇ ਲੋਕ ਦੇਖ ਰਹੇ ਹੈ ਵੀ ਹੋ ਕੀ ਰਿਹਾ, ਪਰ ਹੁਣ ਤੁਸੀਂ ਸਾਥੀ ਯਕੀਨ ਨਹੀਂ ਕਰਨਾ ਹੈਗਾ ਵੀ ਲੋਕਾਂ ਦਾ ਇੰਨਾ ਸਹਿਯੋਗ ਮਿਲ ਰਿਹਾ। ਉਹ ਕਹਿੰਦੇ ਬਾਈ ਡਟੇ ਰਹੋ, ਅਸੀਂ ਪਿੱਛੇ ਆ ਮਗਰ ਹੈ, ਤੇ ਅਸੀਂ ਅਗਵਾਈ ਕਰਾਂਗੇ ਆਪਣੇ ਹਿੱਕ ਦੇ ਜ਼ੋਰ ਤੇ ਕਰਾਂਗੇ, ਕੋਈ ਟੈਨਸ਼ਨ ਨਹੀਂ ਹੈਗੀ। ਆਉਂਦੇ ਦਿਨਾਂ 'ਚ ਕਾਫਲਾ ਦਿਖਾਵਾਂਗੇ। ਕਹਿੰਦੇ ਅਸੀਂ ਲਾਮਬੰਦੀ ਕਰ ਰਹੇ ਹਾਂ, ਪਿੰਡ ਪਿੰਡ ਅਸੀਂ ਆਹ 3 ਦਿਨ ਪਿੰਡ ਅਸੀਂ ਲਾਉਣੇ ਆ, ਤੇ ਉਸ ਤੋਂ ਬਾਅਦ ਇੱਥੇ ਸਮੁੰਦਰ ਆ ਰਿਹਾ ਜੀ ਲੋਕਾਂ ਦਾ। ਸਰਕਾਰ ਦੀਆਂ ਨਵੀਆਂ ਹਦਾਇਤਾਂ ਗਾਈਡਲਾਈਨਾਂ ਜਾਰੀ ਹੋ ਰਹੀਆਂ ਕਰੋਨਾ ਨੂੰ ਲੈ ਕੇ, ਤੇ ਕੱਲ੍ਹ ਨੂੰ ਹੋ ਸਕਦਾ ਤੁਹਾਨੂੰ ਕਰੋਨਾ ਨੂੰ ਲੈ ਕੇ ਠਾਲ ਵੀ ਸਕਦੇ, ਤੁਹਾਡੇ ਤੇ ਪਰਚੇ ਵੀ ਦਰਜ ਕਰ ਸਕਦੇ ਵੀ ਤੁਸੀਂ ਉਲੰਘਣਾ ਕਰ ਰਹੇ ਹੋ। ਪਰਚੇ ਕ੍ਰਾਂਤੀਕਾਰੀਆਂ ਤੇ ਹੋਣੇ ਕੋਈ ਨਵੀਂ ਗੱਲ ਨਹੀਂ ਹੈ ਜੀ, ਠੀਕ ਹੈ। ਉਹਨਾਂ ਦੇ ਕੋਵਿਡ ਦੀਆਂ ਪਹਿਲਾਂ ਇਹ ਦੱਸ ਦਿਓ ਵੀ ਆ ਹੁਣ ਇਲੈਕਸ਼ਨ ਹੋ ਕੇ ਹਟਿਆ, ਜਦ ਕੋਵਿਡ ਕਿੱਥੇ ਸੀਗਾ ਜੀ? ਹੁਣ ਸਾਨੂੰ ਕਿਹੜਾ ਕੋਵਿਡ ਹੋਇਆ ਵਾ, ਕਿਹੜਾ ਉਹਦੇ ਤੇ ਖੰਘਿਆ ਹੁਣ ਸਾਡੇ ਚੋਂ, ਜਾਂ ਕਿਹਨੂੰ ਜ਼ੁਕਾਮ ਹੋਇਆ ਵਾ ਜਾਂ ਕੀ ਹੋਇਆ ਵਾ ਹੈਗਾ। ਇਹ ਸਾਰਾ ਇੱਕ ਡਰਾਮੈਟਿਕ ਗੇਮ ਹੈ ਜੀ। ਮੌਸਮ ਚੇਂਜ ਹੁੰਦਾ, ਨਜ਼ਲਾ ਜ਼ੁਕਾਮ ਆਮ ਹੁੰਦਾ ਹੈਗਾ, ਠੀਕ ਹੈ। ਸਾਡੇ ਉਰੇ ਧਰਨੇ ਦਾ ਕਰਾਲੀ ਵਾਸੀਆਂ ਨੂੰ ਇੱਕ ਫਾਇਦਾ ਜ਼ਰੂਰ ਹੋ ਗਿਆ ਜੀ, ਉਹ ਮੈਂ ਦੱਸ ਦਿੰਦਾ ਵੀ ਇੱਥੇ ਕੋਵਿਡ ਦਾ ਇੰਜੈਕਸ਼ਨ ਲੱਗਣ ਲੱਗ ਗਿਆ, ਇਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਹੈਗਾ, ਠੀਕ ਹੈ। ਪਹਿਲਾਂ ਬੂਥਗੜ੍ਹ ਹੋਣਾ ਸੀਗਾ ਸਿਸਟਮ, ਜਦ ਇਹਨਾਂ ਨੇ ਦੇਖਿਆ ਵੀ ਇੱਥੇ ਸਿਹਤ ਸਹੂਲਤਾਂ ਘੱਟ ਹੈਗੀਆਂ, ਤੇ ਪਹਿਲਾਂ ਫਿਰ ਇਹਨਾਂ ਨੇ ਹੁਣ ਇੱਥੇ ਕੋਵਿਡ ਦਾ ਕਰਿਆ, ਤੇ ਕੱਲ੍ਹ ਤੋਂ ਇਹ ਕੋਵਿਡ ਦਾ ਇੰਜੈਕਸ਼ਨ ਜਿਹੜਾ ਇੱਥੇ ਫ੍ਰੀ ਲੱਗ ਰਿਹਾ। ਜਿਹੜੇ ਕਿਸੇ ਨੂੰ ਲੱਗਦਾ ਵੀ ਭਾਈ ਮੇਰੇ ਅੰਦਰ ਵੀਕਨੈਸ ਹੈ ਜਾਂ ਹੋਰ ਹੈਗਾ, ਵੈਸੇ ਤਾਂ ਮੈਂ ਦੇਸੀ ਤੁਹਾਨੂੰ ਢੰਗ ਤਰੀਕੇ ਦੱਸ ਦੂੰਗਾ, ਜਿਵੇਂ ਆਪਣੇ ਅਦਰਕ ਦੀ ਚਾਹ ਹੋ ਜਾਂਦੀ ਹੈ, ਕਾਲੀ ਮਿਰਚ ਹੋ ਜਾਂਦੀ ਹੈ, ਲਸਣ ਹੋ ਜਾਂਦਾ, ਤੁਲਸੀ ਹੈਗੀ ਹੈ, ਇਹ ਵੀ ਸਰਕਾਰ ਵੀ ਕਰਦੀ ਰਹੀ ਹੈ ਵੀ ਤੁਸੀਂ ਕਰਦੇ ਰਹੋ, ਗਰਮ ਪਾਣੀ ਪੀਓ। ਇਹ ਸਾਰੇ ਲੱਲੇ ਭੱਬੇ ਸਾਨੂੰ ਆਉਂਦੇ ਆ, ਕੋਈ ਟੈਨਸ਼ਨ ਨਹੀਂ। ਅਸੀਂ ਮਿੱਟੀ 'ਚੋਂ ਅੱਗੇ ਉੱਠੇ ਹੋਏ ਬੰਦੇ ਆ, ਤੇ ਮਿੱਟੀ ਨਾਲ ਮਿੱਟੀ ਹੋਣਾ ਜਾਣਦੇ ਆ, ਸਾਨੂੰ ਕੋਵਿਡ ਵਾਲਾ ਕੋਈ ਚੱਕਰ ਨਹੀਂ ਹੈਗਾ, ਠੀਕ ਹੈ। ਜੇ ਸਰਕਾਰ ਕੋਈ ਗਾਈਡਲਾਈਨਸ ਕਰੂਗੀ ਅਸੀਂ ਦੇਖਾਂਗੇ, ਉਹਨਾਂ ਨੂੰ ਕਰਾਂਗੇ, ਪਰ ਆਪਣੇ ਹੱਕਾਂ ਵਾਸਤੇ ਇਹ ਨਹੀਂ ਹੈ ਵੀ ਅਸੀਂ ਘਰ ਬੈਠ ਜੂਗੇ, ਅਸੀਂ ਫਿਰ ਬਾਹਰ ਨਿਕਲੂਗਾ, ਸਮੁੰਦਰ ਨਿਕਲੂਗਾ, ਰੋਕ ਲਿਓ ਜਿਹੜੇ ਰੋਕ ਸਕਦੇ ਆ। ਸੋ ਬਿਲਕੁਲ ਇਹ ਕੁਰਾਲੀ ਦੇ ਵਿੱਚ ਧਰਨਾ ਚੱਲ ਰਿਹਾ ਸਿਹਤ ਸਹੂਲਤਾਂ ਨੂੰ ਲੈ ਕੇ, ਕਿਉਂਕਿ ਆ ਤਸਵੀਰਾਂ ਵੀ ਦਿਖਾਉਂਦੇ ਆ ਤੁਹਾਨੂੰ ਹਸਪੀਟਲ ਦੀਆਂ ਬਾਹਰ ਤੋਂ। ਇਹ ਹਸਪੀਟਲ ਆ ਕੁਰਾਲੀ ਦਾ, CHC ਕੁਰਾਲੀ ਜਿਹੜਾ ਹੈਗਾ ਜ਼ਿਲ੍ਹਾ ਮੋਹਾਲੀ ਦੇ ਵਿੱਚ ਆ। ਸਿਹਤ ਮੰਤਰੀ ਵੀ ਜਿਹੜੇ ਹੈਗੇ ਇਸੇ ਜ਼ਿਲ੍ਹੇ ਤੋਂ ਸੰਬੰਧਿਤ ਹੈ, ਤੇ ਧਰਨਾ ਲਗਾਇਆ ਗਿਆ। ਇਹਨਾਂ ਦਾ ਕਹਿਣਾ ਕਿ ਹਸਪੀਟਲ ਦੇ ਵਿੱਚ ਮਸ਼ੀਨਰੀ ਤਾਂ ਹੈਗੀ ਆ, ਪਰੰਤੂ ਉਸ ਮਸ਼ੀਨਰੀ ਨੂੰ ਚਲਾਉਣ ਵਾਲੇ ਟੈਕਨੀਕਲ ਡਾਕਟਰ ਜਿਹੜੇ ਹੈਗੇ ਆ, ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਡਾਕਟਰ ਜਿਹੜੇ ਬਿਲਕੁਲ ਇੱਥੇ ਨਹੀਂ ਹੈ, ਜਿਸ ਕਰਕੇ ਸਫੇਦ ਹਾਥੀ ਜਿਹੜਾ ਹੈਗਾ ਸਾਬਤ ਹੋ ਰਿਹਾ। ਵੱਡੀ ਗੱਲ ਹੈ ਕਿ ਹਾਈਵੇ ਦੇ ਉੱਤੇ ਜਿਹੜਾ ਹੈਗਾ ਇਹ ਨੈਸ਼ਨਲ ਹਾਈਵੇ ਦੇ ਉੱਤੇ ਮੌਜੂਦ ਹੈ ਇਹ ਹਸਪੀਟਲ, ਪਰੰਤੂ ਗੱਲ ਕੀਤੀ ਜਾਵੇ ਇੱਥੇ ਸਹੂਲਤਾਂ ਦੀ ਤਾਂ ਸਹੂਲਤਾਂ ਜਿਹੜੀਆਂ ਹੈਗੀਆਂ ਨਾ ਮਾਤਰ ਹੈ, ਕਿਉਂਕਿ ਹਾਈਵੇ ਦੇ ਉੱਤੇ ਅਕਸਰ ਐਕਸੀਡੈਂਟ ਹੁੰਦੇ ਆ, ਲੋਕਾਂ ਦੀ ਸਿਹਤ ਜਦੋਂ ਖਰਾਬ ਹੋ ਜਾਂਦੀ ਤਾਂ ਇਸ ਹਸਪੀਟਲ ਦੇ ਵਿੱਚ ਆਉਂਦੇ, ਪਰੰਤੂ ਜਦੋਂ ਇੱਥੇ ਇਲਾਜ ਨਹੀਂ ਮਿਲਦਾ ਤਾਂ ਲੋਕਾਂ ਨੂੰ ਮਾਯੂਸ ਹੋ ਕੇ ਜਿਹੜਾ ਹੈਗਾ PGI ਜਾਂ ਰੋਪੜ ਨੂੰ ਜਾਣਾ ਪੈਂਦਾ ਹੈ। ਤੇ ਹੁਣ ਇਹ ਧਰਨਾ ਲਗਾਇਆ ਗਿਆ ਕਾਂਗਰਸ ਦੀ ਸਰਕਾਰ ਦੇ ਖਿਲਾਫ। ਬਜਟ ਵੀ ਜਿਹੜਾ ਹੈਗਾ ਪੇਸ਼ ਹੋਣ ਜਾ ਰਿਹਾ 5 ਤਰੀਕ ਨੂੰ। ਇਸ ਬਜਟ ਦੇ ਵਿੱਚ ਸਿਹਤ ਸਹੂਲਤਾਂ ਦੇ ਉੱਤੇ ਕੀ ਕੁਝ ਖਰਚ ਕਰੇਗੀ ਸਰਕਾਰ, ਇਹ ਦੇਖਣਾ ਹੋਵੇਗਾ। ਫਿਲਹਾਲ ਜਿਹੜਾ ਹੈਗਾ ਧਰਨਾ ਜਾਰੀ ਰੱਖਿਆ ਇਹਨਾਂ ਨੇ, ਨਿਰੰਤਰ ਜਿਹੜਾ ਧਰਨਾ ਇਹਨਾਂ ਦਾ ਕਹਿਣਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅਗਰ ਇਹਨਾਂ ਦੀ ਗੱਲਬਾਤ ਨਾ ਸੁਣੀ, ਇਸ ਹਸਪਤਾਲ ਨੂੰ ਜਿਹੜਾ ਹੈਗਾ ਸਿਵਲ ਹਸਪਤਾਲ ਬਣਾਉਣ ਦੀ ਮੰਗ ਕੀਤੀ ਗਈ ਆ, ਤੇ ਇੱਥੇ ਖਾਲੀ ਅਸਾਮੀਆਂ ਜਿਹੜੀਆਂ ਉਹਨਾਂ ਨੂੰ ਭਰਨ ਦੀ ਮੰਗ ਕੀਤੀ ਗਈ ਆ। ਤੇ ਦੇਖਣਾ ਹੋਵੇਗਾ ਸਰਕਾਰ ਹੁਣ ਇਹਨਾਂ ਦੀ ਮੰਗ ਦੇ ਉੱਤੇ ਕਿੰਨੀ ਕੁ ਜਲਦੀ ਗੌਰ ਕਰਦੀ ਆ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਪੂਰੀਆਂ ਮਿਲ ਸਕਣਗੀਆਂ ਕਿ ਨਹੀਂ, ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ।